ਆਮ ਲੋਕੀ ਇਸ ਗੱਲ ਨੂੰ ਮੰਨਦੇ ਨਹੀਂ ਅਤੇ ਆਮ ਮਗਰਬੀ ਦੇਸ਼ਾਂ ਦੀਆਂ ਪੜ੍ਹਾਈਆਂ ਦੇ ਮੁੱਠੇ ਹੋਏ ਸਿੱਖ ਵੀ ਇਸ ਗੱਲ ਨੂੰ ਢਕੋਸਲਾ ਹੀ ਸਮਝਦੇ ਹਨ ਕਿ ਮਰਨ ਸਮੇਂ ਜੀਵ ਨੂੰ ਜਮਦੂਤ ਲੈਣ ਆਉਂਦੇ ਹਨ। ਉਹ ਚਾਹੇ ਕੁਝ ਸਮਝਣ, ਪਰ ਇਹ ਇੱਕ ਗੁਰਮਤ ਸੱਚਾਈ ਹੈ ਜਿਸ ਦੀ ਸਾਡੇ ਪਾਸ ਸ੍ਰੀ ਕਬੀਰ ਸਾਹਿਬ ਦੇ ਮੁਖੋਂ ਉਚਰਾਈ ਅਗਲੇ ਗੁਰਵਾਕ ਦੀ ਪੱਕੀ ਗਵਾਹੀ ਹੈ ਕਿ ਮਰਨ ਸਮੇਂ ਜੀਵ ਨੂੰ ਲੈਣ ਲਈ ਜਮਦੂਤ ਜ਼ਰੂਰ ਆਉਂਦੇ ਹਨ। ਯਥਾ ਗੁਰਵਾਕ ਅਮਲ ਸਿਰਾਨੋਂ ਲੇਖਾ ਦੇਨਾ, ਆਏ ਕਠਿਨ ਦੂਤ ਜਮ ਲੈਨਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਰਹਾਓ ਸੂਹੀ ਕਬੀਰ ਜੀਓ। ਭਾਵ ਦੁਨੀਆ ਵਿੱਚ ਰਹਿਣ ਦਾ, ਅਮਲ ਕਰਨ ਦਾ ਜਦੋਂ ਸਮਾਂ ਸਮਾਪਤ ਹੋ ਜਾਂਦਾ ਹੈ, ਅਰਥਾਤ ਜਦੋਂ ਜੀਵ ਦੀ ਆਯੂ ਦੇ ਦਿਨ ਪੁੱਗ ਜਾਂਦੇ ਹਨ, ਤਾਂ ਮਰਨ ਵੇਲੇ ਜੀਵ ਨੂੰ ਜਮ ਰੂਪੀ ਕਠਨ ਦੂਤ, ਕਰੜਾਈ ਕਰਨ ਵਾਲੇ ਦੂਤ ਲੈਣ ਲਈ ਆ ਜਾਂਦੇ ਹਨ। ਜੀਵ ਨੂੰ ਆਪਣੇ ਅੱਗੇ ਹੱਕ ਕੇ ਤੋਰਦੇ ਹੋਏ ਕਹਿੰਦੇ ਹਨ ਕਿ ਹੁਣ ਜੱਕਾਂ ਤੱਕਾਂ ਕੀ ਕਰਦਾ ਹੈ, ਛੇਤੀ ਸ਼ਤਾਬ ਚਲੋ, ਧਰਮ ਰਾਏ ਦੀ ਕਚਹਿਰੀ ਵਿੱਚ ਤੈਨੂੰ ਬੁਲਾਇਆ ਹੈ, ਜਿੱਥੇ ਤੈਨੂੰ ਲੇਖਾ ਦੇਣਾ ਪਵੇਗਾ ਜੋ ਕੁਝ ਕਿ ਤੈਂ ਖਟਿਆ ਹੈ ਜਾਂ ਗਵਾਇਆ ਹੈ। ਚਲੋ, ਜਿਸ ਹਾਲ ਵਿੱਚ ਤੂੰ ਹੁਣ ਹੈ ਉਸੇ ਹਾਲ ਵਿੱਚ ਹੀ ਚੱਲਣਾ ਪਵੇਗਾ। ਝਬਦੇ ਦੀਵਾਨ ਵਿੱਚ ਧਰਮ ਰਾਏ ਨੇ ਤੈਨੂੰ ਬੁਲਾਇਆ ਹੈ, ਧੁਰ ਦਰਗਾਹ ਦਾ ਹਰ ਫੁਰਮਾਨ ਆਇਆ ਹੈ, ਹੁਣ ਮੁੜੇਗਾ ਨਹੀਂ। ਐਸਾ ਜਾਪਦਾ ਹੈ ਕਿ ਸ੍ਰੀ ਕਬੀਰ ਸਾਹਿਬ ਜੀ ਨੇ ਕਿਸੇ ਚਲਾਣੇ ਵਾਲੇ ਜੀਵ ਦਾ ਹਾਲ ਖੁਦ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ ਹੈ ਅਤੇ ਉਸ ਦੇ ਨਾਲ ਜੋ ਜਮ ਦੇ ਸਵਾਲ ਜਵਾਬ ਹੋਏ ਹਨ ਉਹ ਵੀ ਆਪਣੇ ਕੰਨੀ ਸੁਣੇ ਹਨ, ਜੈਸਾ ਕਿ ਇਸ ਉੱਪਰਲੇ ਸਾਰੇ ਗੁਰਵਾਕ ਅੰਦਰ ਦਰਜ ਹੈ। ਸਾਰਾ ਸ਼ਬਦ ਭਾਵ ਵਿਚਾਰਨ ਦੀ ਇੱਥੇ ਲੋੜ ਨਹੀਂ, ਵਾਧੂ ਵਿਸਥਾਰ ਫੈਲਣ ਦਾ ਡਰ ਹੈ। ਸਿੱਧ ਤਾਂ ਇਹੀ ਗੱਲ ਕਰਨੀ ਹੈ ਕਿ ਮਰਨ ਸਮੇਂ ਜੀਵ ਨੂੰ ਧਰਮ ਰਾਜ ਦੀ ਕਚਹਿਰੀ ਵਿੱਚ ਲੈ ਜਾਣ ਲਈ ਜਮਦੂਤ ਜ਼ਰੂਰ ਆਉਂਦੇ ਹਨ। ਇਸ ਗੱਲ ਨੂੰ ਭਾਵੇਂ ਕੋਈ ਗੌਲੇ ਜਾਂ ਨਾ ਗੌਲੇ, ਪਰ ਹੈ ਇਹ ਨਿਰੋਲ ਸੱਚਾਈ ਜੋ ਉੱਪਰ ਵਰਣਨ ਹੋਈ ਹੈ। ਅਗਲੇ ਗੁਰਵਾਕ ਦੁਤੁਕੀ ਅੰਦਰ ਭਗਤ ਰਵਿਦਾਸ ਜੀ ਦੇ ਮੁਖੋਂ ਉਚਰਵਾਈ ਗਵਾਹੀ ਵੀ ਇਹੋ ਹੈ ਕਿ ਮਰਨ ਪਿੱਛੋਂ ਜਮ ਦੇ ਔਖੇ ਰਾਹ ਥਾਣੀ ਲੰਘਣਾ ਪੈਂਦਾ ਹੈ। ਉਹ ਬੜਾ ਹੀ ਦੁਹੇਲਾ ਮਾਰਗ ਹੈ, ਜਿੱਥੇ ਨਾ ਕੋਈ ਸੰਗੀ ਹੈ ਨਾ ਸਾਥੀ। ਜੀਵ ਨੂੰ ਤਿਸ ਰਾਹ ਵਿੱਚ ਦੀ ਇਕੇਲੇ ਕੱਲਮ ਕੱਲੇ ਨੂੰ ਹੀ ਲੰਘਣਾ ਪੈਂਦਾ ਹੈ। ਯਥਾ ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨ ਸਾਥੀ ਗਵਨ ਇਕੇਲਾ। ਸੂਹੀ ਰਵਿਦਾਸ ਜੀਓ। ਪੁਰਸਲਾਤ ਇੱਕ ਵਾਲ ਜਿੰਨਾ ਨਿੱਕਾ ਰਸਤਾ ਹੈ ਜੋ ਦੋਜ਼ਖ ਦੀ ਭੜ-ਭੜ ਕਰਦੀ ਅੱਗ ਦੇ ਉੱਪਰ ਬਣਿਆ ਹੋਇਆ ਹੈ। ਇਸ ਦੁਹੇਲੇ ਅਤੇ ਦੁਸ਼ਵਾਰ ਰਸਤੇ ਉੱਪਰ ਦੀ ਜੀਵ ਨੂੰ ਅਵਸ਼ ਲੰਘਣਾ ਪਊ, ਜਿਸਨੇ ਕਿ ਪਾਪ ਕਰਮ ਕਮਾਏ ਹਨ, ਇਸ ਦੁਨੀਆ ਵਿੱਚ ਆ ਕੇ ਅਤੇ ਨਾਮ ਵਾਹਿਗੁਰੂ ਦਾ ਕਮਾਇਆ ਨਹੀਂ। ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨਾ ਮਰੈ ਨਾ ਜਮ ਪੇਖੈ। ਬਿਲਾਵਲ ਮਹੱਲਾ ਤੀਜਾ। ਜੋ ਕੋਈ ਗੁਰਮੁਖ ਜਨ ਨਾਮ ਕਮਾਈਆਂ ਕਰ ਜੀਵਨ ਮੁਕਤ ਹੋ ਗਿਆ ਹੈ, ਐਸਾ ਕਿ ਉਸਨੂੰ ਜੀਵਨ ਤੇ ਮਰਨ ਇੱਕ ਸਾਰ ਹੀ ਪ੍ਰਤੀਤ ਹੋਣ ਲੱਗ ਪਏ ਹਨ, ਉਹ ਜੀਵ ਫੇਰ ਮੁੜ ਕੇ ਨਹੀਂ ਮਰਦਾ, ਨਾ ਹੀ ਜਮ ਉਸ ਵੱਲ ਤੱਕਦਾ ਹੈ। ਆਨੰਦ ਮੂਲ ਧਿਆਇਓ ਪੁਰਖ ਉਤਮ, ਅੰਦਿਨ ਅਨੰਦ ਅਨੰਦੇ, ਧਰਮ ਰਾਏ ਕੀ ਕਾਣ ਚੁਕਾਈ, ਸਭ ਚੂਕੇ ਜਮ ਕੇ ਛੰਦੇ। ਬਿਲਾਵਲ ਮਹੱਲਾ ਚੌਥਾ। ਭਾਵ ਜਿਨ੍ਹਾਂ ਗੁਰਮੁਖਾਂ ਭਗਤਾਂ ਨੇ ਸਰਬ ਸੁੱਖਾਂ ਦੇ ਮੂਲ ਕਾਰਨ ਸਰਬੋਤਮ ਪੁਰਖ ਸ੍ਰੀ ਵਾਹਿਗੁਰੂ ਨੂੰ ਧਿਆਇਆ ਹੈ, ਉਹਨਾਂ ਦੀ ਸਾਰੀ ਉਮਰ ਆਨੰਦ ਹੀ ਆਨੰਦ ਵਿਖੇ ਨਿਤ-ਨਿਤ ਵਿਹਾਉਂਦੀ ਹੈ। ਉਹਨਾਂ ਦੇ ਉੱਪਰੋਂ ਧਰਮ ਰਾਏ ਦੀ ਕਾਣ ਚੁੱਕੀ ਗਈ ਅਤੇ ਜਮ ਦੇ ਜਾਲ ਵੀ ਸਭ ਦੂਰ ਹੋ ਗਏ। ਪ੍ਰਭ ਚਿਤ ਆਵੈ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ, ਸਰਬ ਦੁਖ ਹਰ ਸਿਮਰਤ ਨਸੇ, ਜਾ ਕੈ ਸੰਗ ਸਦਾ ਪ੍ਰਭ ਬਸੈ। ਬਿਲਾਵਲ ਮਹੱਲਾ ਪੰਜਵਾਂ। ਵਿਆਖਿਆ। ਵਾਹਿਗੁਰੂ ਨਾਮ ਦੇ ਸਿਮਰਨ ਨਾਲ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ, ਉਸ ਸਿਮਰਨ ਹਾਰੇ ਜਾਂਦੇ, ਜਿਸ ਦੇ ਸੰਗ ਸਿਮਰਨ ਕਮਾਈ ਦੇ ਪ੍ਰਤਾਪ ਨਾਲ ਸਦਾ ਹੀ ਅਬਿਨਾਸ਼ੀ ਵਾਹਿਗੁਰੂ ਵਸਦਾ ਹੈ। ਉਸ ਵਾਹਿਗੁਰੂ ਨੂੰ ਹਰ ਦਮ ਚਿੰਤਨ ਕਰਨ ਹਾਰੇ ਨੂੰ ਕਿਸੇ ਕਿਸਮ ਦੀ ਵੀ ਭੀੜ ਨਹੀਂ ਵਿਆਪਦੀ, ਨਾ ਹੀ ਵਾਹਿਗੁਰੂ ਸਿਮਰਨ ਹਾਰੇ ਸੇਵਕ ਭਗਤ ਨੂੰ ਜਮ ਦੀ ਪੀੜ ਹੀ ਸਹਿਣੀ ਪੈਂਦੀ ਹੈ, ਕਿਉਂਕਿ ਜਮ ਤਾਂ ਉਹਦੇ ਨੇੜੇ ਹੀ ਨਹੀਂ ਲੱਗ ਸਕਦਾ। ਵਡਭਾਗੀ ਸੇ ਕਾਢੀਆਂ ਪਿਆਰੇ, ਸੰਤ ਸੰਗਤ ਜਿਨਾ ਵਾਸੋ, ਅੰਮ੍ਰਿਤ ਨਾਮ ਅਰਾਧਿਆ ਨਿਰਮਲ, ਮਨੈ ਹੋਵੈ ਪਰਗਾਸੋ, ਜਨਮ ਮਰਨ ਦੁਖ ਕਾਟਿਐ ਪਿਆਰੇ, ਚੂਕੈ ਜਮ ਕੀ ਕਾਣੇ, ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਬਿਲਾਵਲ ਮਹੱਲਾ ਪੰਜਵਾਂ, ਘਰ ਦੂਜਾ। ਵਿਆਖਿਆ।
ਸੰਸਾਰ ਵਿੱਚੋਂ ਉਹੀ ਚੁਣ ਕੱਢੇ ਲੱਦੋ ਵਾਰੇ ਗੁਰਮੁਖ ਜਨ ਸੱਚੇ ਵਡਭਾਗੀ ਹਨ, ਜਿਨ੍ਹਾਂ ਦਾ ਸਦ ਸਦੀਵ ਗੁਰੂ ਘਰ ਦੀ ਵਾਹਿਗੁਰੂ ਗੁਣ ਗਾਵਣ ਹਾਰੀ ਸੰਤ ਮੰਡਲੀ ਵਿੱਚ ਵਾਸਾ ਹੋ ਗਿਆ ਹੈ। ਜਿਸ ਸੰਤ ਮੰਡਲ ਵਿੱਚ ਮਿਲ ਕੇ ਖਾਸੁਲ ਖਾਸ ਅੰਮ੍ਰਿਤ ਕਲਾ ਸੰਪੰਨ ਗੁਰਮਤ ਨਾਮ ਦਾ ਆਰਾਧਨ ਕਰਦੇ ਹੋਏ ਤਿਨਾਂ ਦੇ ਘਟ ਅੰਤਰ ਜੋਤੀਸ਼ ਦੀ ਜੋਤ ਦਾ ਪ੍ਰਗਾਸ ਹੋ ਜਾਂਦਾ ਹੈ। ਤਿਨਾਂ ਦਾ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ ਹੈ ਅਤੇ ਤਿਨਾਂ ਦੀ ਜਮ ਦੀ ਕਾਣ ਮੁਥਾਜੀ ਸਾਰੀ ਚੱਕੀ ਜਾਂਦੀ ਹੈ। ਐਸਾ ਘਟ ਪ੍ਰਕਾਸ਼ਕ ਦਰਸ਼ਨ ਕੇਵਲ ਤਿਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਨਦਰੀ ਨਦਰ ਨਿਹਾਲ ਗੁਰੂ ਅਕਾਲ ਪੁਰਖ ਨੂੰ ਪਾ ਗਏ ਹਨ, ਹੁਕਮ ਰਜ਼ਾ ਅੰਦਰ ਸਮਾ ਗਏ ਹਨ। ਭਜ ਗੋਬਿੰਦ ਸਭ ਛੋੜ ਜੰਜਾਲ, ਜਬ ਜਮ ਆਏ ਸੰਘਾਰੈ ਮੂੜੇ, ਤਬ ਤਨ ਬਿਨਸ ਜਾਏ ਬੇਹਾਲ। ਬਿਲਾਵਲ ਮਹੱਲਾ ਪੰਜਵਾਂ। ਗੁਰੂ ਸੱਚੇ ਪਾਤਸ਼ਾਹ ਕੈਸੀ ਤਾੜਨਾ ਮਈ ਤਾਕੀਦ ਕਰਦੇ ਹਨ ਇਸ ਗੁਰਵਾਕ ਦੁਆਰਾ ਕਿ ਸਾਰੇ ਜੰਜਾਲਾਂ ਨੂੰ ਛੱਡ ਕੇ ਕੇਵਲ ਗੋਬਿੰਦ ਵਾਹਿਗੁਰੂ ਦਾ ਹੀ ਭਜਨ ਕਰ। ਹੇ ਭੁੱਲੇ ਹੋਏ ਮੂਰਖ ਪ੍ਰਾਣੀ, ਨਹੀਂ ਤਾਂ ਤੇਰਾ ਬੁਰਾ ਹਾਲ ਹੋਵੇਗਾ। ਜਦੋਂ ਮਰਨ ਸਮੇਂ ਜਮ ਤੇਰੇ ਆ ਉਦਾਲੇ ਹੋਵੇਗਾ ਅਤੇ ਬੁਰੀ ਮਾਰਨੀ ਮਾਰੇਗਾ। ਤਨ ਦੇ ਬਿਨਸ ਜਾਣ ਪਿੱਛੋਂ ਵੀ ਮਾਰ ਪਵੇਗੀ ਅਤੇ ਹਾਲੋਂ ਬੇਹਾਲ ਹੋ ਜਾਵੇਂਗਾ। ਭਜਨ ਹੀਣਿਆਂ ਦੇ ਇਹ ਹਾਲ ਜ਼ਰੂਰ ਹੋਣਗੇ, ਚਾਹੇ ਉਹ ਜਮ ਦੀ ਜ਼ਾਤ ਨੂੰ ਮੰਨਣ ਚਾਹੇ ਨਾ ਮੰਨਣ। ਕਹੋ ਨਾਨਕ ਜਪੈ ਜਨ ਨਾਮ, ਤਾਂ ਕਿ ਨਿਕਟ ਨਾ ਆਵੈ ਜਾਮ। ਬਿਲਾਵਲ ਮਹੱਲਾ ਪੰਜਵਾਂ। ਜਿਹੜੇ ਜਨ ਨਾਮ ਜਪਦੇ ਹਨ ਤਿਨਾਂ ਦੇ ਨੇੜੇ ਜਮ ਨਹੀਂ ਆਉਂਦਾ। ਮਮਤਾ ਮੋਹ ਧਰੋ ਮਦ ਮਾਤਾ, ਬੰਧਨ ਬਾਧਿਆ ਅਤ ਬਿਕਰਾਲ, ਦਿਨ ਦਿਨ ਛਿਜਤ ਬਿਕਾਰ ਕਰਤ ਔਦ, ਫਾਹੀ ਫਾਥਾ ਜਮ ਕੈ ਜਾਲ। ਬਿਲਾਵਲ ਮਹੱਲਾ ਪੰਜਵਾਂ। ਭਾਵ ਮੈਂ ਮੇਰੀ ਦੇ ਮੋਹ ਦਾ ਮਨੁੱਖ ਮਾਤਰ ਉੱਤੇ ਐਸਾ ਪ੍ਰਬਲ ਅਸਰ ਹੈ ਕਿ ਉਹ ਇਹਨਾਂ ਵਿੱਚ ਮੱਤਿਆ ਹੋਇਆ ਲੋਕਾਂ ਨਾਲ ਧਰੋ ਕਮਾਉਣ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਐਸੇ ਬਿਕਰਾਲ ਬੰਧਨਾਂ ਵਿੱਚ ਬੰਧਿਆ ਜਾਂਦਾ ਹੈ ਕਿ ਉਸ ਦੀ ਸਾਰੀ ਅਵਰਦਾ ਉਮਰ ਨਿਤਾ ਪ੍ਰਤ ਬਿਕਾਰ ਕਰਨ ਵਿੱਚ ਹੀ ਬਤੀਤ ਹੋ ਜਾਂਦੀ ਹੈ, ਪਰ ਉਸ ਨੂੰ ਅੱਗੇ ਦੀ ਸੂਝ-ਬੂਝ ਨਹੀਂ ਆਉਂਦੀ। ਹਾਲਾਂਕਿ ਦਿਨੋਂ ਦਿਨ ਉਸ ਦੀ ਆਰਜਾ ਘਟਦੀ ਜਾਂਦੀ ਹੈ। ਬਸ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਮੁੱਕ ਚੁੱਕ ਜਾਂਦਾ ਹੈ ਅਤੇ ਮਰਨ ਪਿੱਛੋਂ ਜਮ ਜਾਲ ਦੀ ਫਾਹੀ ਵਿੱਚ ਫਸ ਜਾਂਦਾ ਹੈ ਅਤੇ ਫਾਥਾ ਚੋਟਾਂ ਖਾਂਦਾ ਹੈ। ਗੁਰੂ ਸਾਹਿਬ ਨੇ ਕੈਸੀਆਂ ਕੈਸੀਆਂ ਸੱਚੀਆਂ ਸੱਚੀਆਂ ਸਮਝੌਤੀਆਂ ਦਿੱਤੀਆਂ, ਸੰਸਾਰ ਦੇ ਪਾਪਗ੍ਰਸਤ ਲੋਕਾਂ ਨੂੰ ਕੈਸੇ ਕੈਸੇ ਹੀਲੇ ਕੀਤੇ ਅਤੇ ਉਪਦੇਸ਼ ਦਿੱਤੇ ਉਹਨਾਂ ਨੂੰ ਜਮ ਫਾਹੀ ਤੋਂ ਛੁਡਾਉਣ ਲਈ। ਪਰ ਅਫਸੋਸ ਕਿ ਅੰਧ ਅਗਿਆਨੀ ਨੂੰ ਇੱਕ ਨਾ ਲੱਗੀ। ਬਾਂਸ ਬਜਾਈ ਫੂਕ ਵਾਂਗੂ ਹੀ ਗੁਰ ਉਪਦੇਸ਼ ਤਿਸ ਦੇ ਕੰਨਾਂ ਉੱਪਰ ਦੀ ਲੰਘ ਗਏ, ਪਰ ਉਸ ਦੀ ਅੱਖ ਨਾ ਉਗੜੀ। ਵਾਹਿਗੁਰੂ ਦੇ ਭਜਨ ਕਰਨ ਦੇ ਰਸਤੇ ਤੇ ਨਾ ਆਇਆ, ਪਰ ਨਾ ਹੀ ਆਇਆ। ਸਾਧ ਸੰਗ ਭਜੀਐ ਗੋਪਾਲ, ਗੁਣ ਗਾਵਤ ਟੂਟੈ ਜਮ ਜਾਲ। ਬਿਲਾਵਲ ਮਹੱਲਾ ਪੰਜਵਾਂ। ਗੁਰੂ ਘਰ ਦੀ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ। ਇਉਂ ਬੜੇ ਆਤਮ ਰੰਗ ਚੜ੍ਹਦੇ ਹਨ ਅਤੇ ਸੰਗਤ ਨਾਲ ਜੁੜ ਕੇ ਹੀ ਵਾਹਿਗੁਰੂ ਦੇ ਗੁਣ ਗਾਵਣੇ ਚਾਹੀਦੇ ਹਨ। ਇਸ ਬਿਧ ਭਜਨ ਕਰਨ ਹਾਰਿਆਂ ਅਤੇ ਗੁਣ ਗਾਵਣ ਹਾਰਿਆਂ ਦੇ ਜਮ ਜਾਲ ਸਭ ਟੁੱਟ ਜਾਂਦੇ ਹਨ, ਰਹਿੰਦੇ ਹੀ ਨਹੀਂ ਟੁੱਟਣੋਂ। ਗੁਰੂ ਸੱਚੇ ਪਾਤਸ਼ਾਹ ਜਮ ਦੀ ਹੋਂਦ ਤੇ ਇੱਥੋਂ ਤਾਈਂ ਜ਼ੋਰ ਦਿੰਦੇ ਹਨ ਕਿ ਉਹ ਗੁਰਮੁਖ ਪਰਮਾਰਥੀਆਂ ਨੂੰ ਹੋਰ ਬੇਨਤੀਆਂ ਵਿੱਚੋਂ ਇੱਕ ਇਹ ਬੇਨਤੀ ਵੀ ਆਪਣੀ ਅਰਦਾਸ ਵਿੱਚ ਕਰਨੀ ਸਿਖਾਉਂਦੇ ਹਨ ਕਿ ਹੇ ਵਾਹਿਗੁਰੂ ਜਮ ਜਾਲ ਕੱਟ ਦੇਵੋ। ਯਥਾ ਗੁਰਵਾਕ ਭ੍ਰਮ ਭੈ ਰਾਖੋ ਮੋਹ ਤੇ, ਕਾਟੋ ਜਮ ਜਾਲ। ਬਿਲਾਵਲ ਮਹੱਲਾ ਪੰਜਵਾਂ। ਭਾਵ ਹੇ ਅਕਾਲ ਪੁਰਖ ਭ੍ਰਮ ਦੀ ਜਾਲੀ ਕੱਟੋ, ਮੋਹ ਦੀ ਫਾਂਸ ਤੋਂ ਬਚਾਈ ਰੱਖੋ ਅਤੇ ਐਸੀ ਕਿਰਪਾ ਕਰੋ ਜਾਂ ਤੇ ਜਮ ਦੀ ਫਾਸ ਉੱਕੀ ਹੀ ਕੱਟੀ ਜਾਵੇ, ਅੱਗੇ ਦਾ ਜਮ ਦਾ ਡਰ ਚੁੱਕ ਜਾਵੇ। ਨਿੰਦਕ ਤਾਂ ਜ਼ਰੂਰ ਜਮ ਦਾ ਗ੍ਰਾਸ ਹੀ ਹਨ। ਯਥਾ ਗੁਰਵਾਕ ਕਰ ਕਿਰਪਾ ਪ੍ਰਭ ਆਪਣੀ, ਆਪਣੇ ਦਾਸ ਰੱਖ ਲਈਏ, ਨਿੰਦਕ ਨਿੰਦਾ ਕਰ ਪਚੇ, ਜਮ ਕਾਲ ਗ੍ਰਸੀਏ। ਬਿਲਾਵਲ ਮਹੱਲਾ ਪੰਜਵਾਂ। ਵਾਹਿਗੁਰੂ ਕਿਰਪਾਲ ਨੇ ਬੜੀ ਕਿਰਪਾ ਕੀਤੀ ਕਿ ਆਪਣੇ ਦਾਸਾਂ ਦੀ ਹਰ ਬਾਬ ਰੱਖਿਆ ਕੀਤੀ ਅਤੇ ਸਾਕਤ ਨਿੰਦਕ ਪੁਰਸ਼ ਨਿੰਦਾ ਕਰਦੇ ਹੀ ਪਚ ਕੇ ਮਰ ਗਏ, ਓੜਕ ਜਮ ਰੂਪੀ ਕਾਲ ਦਾ ਗ੍ਰਾਸ ਬਣੇ। ਹਰ ਕੀਰਤਨ ਹਰੀ ਜਸ ਦਾ ਐਸਾ ਮਹਾਤਮ ਹੈ ਕਿ ਜੋ ਜਨ ਵਾਹਿਗੁਰੂ ਦਾ ਜਸ ਸਿਫਤ ਸਲਾਹ ਕਰਦੇ ਹਨ ਉਹਨਾਂ ਤੋਂ ਬੜੀ ਦੂਰੋਂ ਹੀ ਜਮ ਪ੍ਰਾਹਾਂ ਭੱਜ ਜਾਂਦੇ ਹਨ। ਯਥਾ ਗੁਰਵਾਕ ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ, ਉਚਰਤ ਗੁਣ ਗੋਪਾਲ ਜਸ,
ਦੂਰ ਤੇ ਜੰਮ ਭਾਗੈ। ਬਿਲਾਵਲ ਮਹੱਲਾ ਪੰਜਵਾਂ। ਭਾਵ ਗੁਰੂ ਘਰ ਦੇ ਸਾਧ ਸਮਾਗਮ ਵਿੱਚ ਜੁੜ ਕੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਆਰਾਧਨ ਕਰਨਾ ਚਾਹੀਦਾ ਹੈ। ਇਸ ਬਿਧ ਗੁਣ ਗੋਪਾਲ ਜਸ ਉਚਰਦਿਆਂ ਦੂਰ ਤੇ ਹੀ ਜੰਮ ਨਸ ਜਾਂਦਾ ਹੈ, ਨੇੜੇ ਆਉਣਾ ਹੀ ਨਹੀਂ ਪਾਉਂਦਾ। ਗੁਰਸਿੱਖਾਂ ਪਿਆਰਿਆਂ ਪਾਰ ਬ੍ਰਹਮ ਚੇਤਨ ਹਾਰਿਆਂ ਦੇ ਜੰਮ ਕੰਕਰ ਨੇੜੇ ਨਹੀਂ ਆਉਂਦਾ। ਤਿਨਾਂ ਨੂੰ ਕਦੇ ਵੀ ਅੰਤੀ ਅਵਸਰ ਜੰਮ ਕਾਲ ਦਾ ਦੁੱਖ ਨਹੀਂ ਵਿਆਪਦਾ। ਯਥਾ ਗੁਰਵਾਕ ਦੁਖ ਨ ਲਾਗੈ ਕਦੇ ਤੁਧ, ਪਾਰ ਬ੍ਰਹਮ ਚਿਤਾਰੇ, ਜਮ ਕੰਕਰ ਨੇੜ ਨ ਆਵਈ, ਗੁਰਸਿੱਖ ਪਿਆਰੇ। ਰਹਾਓ। ਬਿਲਾਵਲ ਮਹੱਲਾ ਪੰਜਵਾਂ। ਐਸੇ ਹਨ ਗੁਰੂ ਨੂੰ ਸਿੱਖ ਪਿਆਰੇ ਕਿ ਸਤਿਗੁਰੂ ਆਪਣੇ ਸਿੱਖਾਂ ਨੂੰ ਜਮ ਦੀ ਲਾਗ ਨਹੀਂ ਲੱਗਣ ਦਿੰਦੇ। ਤਾਂ ਤੇ ਜੇ ਜਮ ਤੋਂ ਬਚਣਾ ਹੈ ਤਾਂ ਗੁਰੂ ਦੀ ਸ਼ਰਨ ਲਵੋ, ਸਾਰੀ ਚਿੰਤਾ ਮਿਟ ਜਾਵੇਗੀ। ਜੈ ਮਹਾ ਭਿਆਨ ਦੁਖ ਜਮ ਸੁਨੀਐ, ਤਹ ਮੇਰੇ ਪ੍ਰਭ ਤੂੰ ਹੈ ਸਹਾਈ, ਸ਼ਰਨ ਪਰਿਓ ਹਰ ਚਰਨ ਗਹੇ ਪ੍ਰਭ, ਗੁਰ ਨਾਨਕ ਕੋ ਬੂਝ ਬੁਝਾਈ। ਬਿਲਾਵਲ ਮਹੱਲਾ ਪੰਜਵਾਂ। ਇਸ ਗੁਰਵਾਕ ਅੰਦਰ ਸਤਿਗੁਰੂ ਨਾਨਕ ਸਾਹਿਬ ਨੇ ਐਸੀ ਸੱਚੀ ਬੂਝ ਬੁਝਾਈ ਹੈ ਆਪਣੇ ਗੁਰਸਿੱਖਾਂ ਪ੍ਰਤੀ ਕਿ ਵਾਹਿਗੁਰੂ ਦੀ ਚਰਨ ਸ਼ਰਨ ਗਹਿਆਂ ਅਤੇ ਵਾਹਿਗੁਰੂ ਦਾ ਨਾਮ ਲਿਆਂ ਇਹ ਪ੍ਰਤੱਖ ਪ੍ਰਭਾਵ ਵਰਤਦਾ ਹੈ ਕਿ ਜਿਸ ਮਾਰਗ ਵਿਖੇ ਅੱਗੇ ਗਿਆਂ ਮਹਾ ਭਿਆਨਕ ਦੁੱਖ ਜਮਾਂ ਦੇ ਸੁਣੀਦੇ ਹਨ, ਗੁਰੂ ਨਾਨਕ ਸਾਹਿਬ ਨੇ ਆਪ ਦੇਖੇ ਸੁਣੇ ਹਨ, ਤਿੱਥੇ ਕੇਵਲ ਵਾਹਿਗੁਰੂ ਅਤੇ ਵਾਹਿਗੁਰੂ ਦਾ ਨਾਮ ਹੀ ਸਹਾਈ ਹੁੰਦਾ ਹੈ। ਸਿਮਰਤ ਨਾਮ ਕੋਟ ਜਤਨ ਭਏ, ਸਾਧ ਸੰਗ ਮਿਲ ਹਰ ਗੁਣ ਗਾਏ, ਜਮ ਦੂਤਨ ਕੋ ਤਰਾਸ ਅਹੇ। ਰਹਾਓ। ਬਿਲਾਵਲ ਮਹੱਲਾ ਪੰਜਵਾਂ। ਵਿਆਖਿਆ। ਕਰੋੜਾਂ ਸਾਧਨਾ ਦਾ ਸਾਧਨ ਨਾਮ ਦਾ ਸਿਮਰਨ ਹੈ। ਸਾਧਨਾ ਸਿਰ ਸਾਧਨ ਨਾਮ ਦਾ ਸਿਮਰਨ ਹੈ। ਨਾਮ ਸਿਮਰਨ ਦਾ ਸਾਧਨ ਸਰਨ ਜਾਂਦਿਆਂ ਕਰੋੜਾਂ ਫਲ ਪ੍ਰਾਪਤ ਹੁੰਦੇ ਹਨ। ਖਾਸ ਕਰ ਗੁਰਮੁਖ ਸਿੱਖਾਂ ਸਾਧਾਂ ਦੀ ਸੰਗਤ ਵਿੱਚ ਹਰੀ ਗੁਣ ਗਾਉਂਦਿਆਂ, ਹਰ ਕੀਰਤਨ ਕਰਦਿਆਂ ਸਿਮਰਨ ਸਰੰਜਾਮ ਦੇ ਬੜੇ ਹੀ ਕੋਟ ਕੋਟਾਨ ਫਲ ਹਨ। ਅਜਿਹੀ ਨਾਮ ਅਭਿਆਸ ਕਮਾਈ ਵਾਲਿਆਂ ਕੋਲੋਂ ਜਮਦੂਤਾਂ ਨੂੰ ਵੀ ਬੜੇ ਡਰ ਤਰਾਸ ਹਨ, ਭਾਵ ਜਮ ਬੜੇ ਹੀ ਉਹਨਾਂ ਤੋਂ ਡਰਦੇ ਹਨ। ਭ੍ਰਮ ਭੈ ਤਰੇ ਛੁਟੇ ਭੈ ਜਮ ਕੇ, ਘਟ ਘਟ ਏਕ ਰਹਾ ਭਰ ਪੂਰੇ, ਨਾਨਕ ਸ਼ਰਨ ਪਰਿਓ ਦੁਖ ਭੰਜਨ, ਅੰਤਰ ਬਾਹਰ ਪੇਖ ਹਜੂਰੇ। ਬਿਲਾਵਲ ਮਹੱਲਾ ਪੰਜਵਾਂ। ਜਿਨ੍ਹਾਂ ਗੁਰਮੁਖਾਂ ਦੀ ਨਾਮ ਸਿਮਰਨ ਕਮਾਈ ਦੁਆਰਾ ਐਸੀ ਅਰੂੜ ਬਿਰਤੀ ਹੋ ਜਾਂਦੀ ਹੈ ਕਿ ਉਹ ਇੱਕੋ ਵਾਹਿਗੁਰੂ ਨੂੰ ਸਾਰਿਆਂ ਘਟਾਂ ਵਿਖੇ ਭਰਪੂਰ ਪ੍ਰਤੱਖ ਵੇਖ ਲੈਂਦੇ ਹਨ ਅਤੇ ਅੰਤਰ ਬਾਹਰ ਵਾਹਿਗੁਰੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਪੇਖ ਕੇ ਉਸੇ ਦੁੱਖ ਭੰਜਨ ਹਾਰ ਵਾਹਿਗੁਰੂ ਦੀ ਹੀ ਸਦਾ ਸ਼ਰਨਾਗਤ ਰਹਿੰਦੇ ਹਨ। ਉਹ ਭਰਮ ਜਾਲਾਂ ਭਰੇ ਭੈ ਸਾਗਰ ਤੋਂ ਸੁੱਤੇ ਹੀ ਤਰ ਜਾਂਦੇ ਹਨ ਅਤੇ ਭਰਮ ਭੈ ਤੋਂ ਪਾਰ ਪੈਂਦੇ ਹਨ ਅਤੇ ਉਹਨਾਂ ਦੇ ਜਮ ਦੇ ਭੈ ਵੀ ਛੁੱਟ ਜਾਂਦੇ ਹਨ, ਸਗੋਂ ਜਮ ਵੀ ਉਹਨਾਂ ਤੋਂ ਭੈ ਖਾਂਦੇ ਹਨ। ਹਰ ਨਾਮ ਰਸਨਾ ਕਹਿਨ, ਮਲ ਪਾਪ ਕਲ ਮਲ ਦਹਨ, ਤੇ ਜਮ ਨਾ ਪੇਖੈ ਨੈਣ, ਸੁਨ ਮੋਹੇ ਅਨਹਤ ਬੈਨ। ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ। ਭਾਵ ਵਾਹਿਗੁਰੂ ਦਾ ਨਾਮ ਰਸਨਾ ਕਰਕੇ ਜਪਣ ਕਹਿਣ ਵਾਲੇ ਜਨ ਜਮ ਨੂੰ ਅੱਖੀਂ ਨਹੀਂ ਦੇਖਣਾ ਪਾਉਂਦੇ, ਕਿਉਂਕਿ ਜਿਹਵਾ ਨਾਲ ਨਾਮ ਜਪਣਾ ਪਾਪਾਂ ਤੇ ਕਿਲਵਿਖ ਦੋਸ਼ਾਂ ਦੀ ਮੈਲ ਸਾੜ ਦਿੰਦਾ ਹੈ, ਦਾਹ ਸਿੱਟਦਾ ਹੈ। ਨਾਮ ਦੀਆਂ ਅਪਾਰ ਕਮਾਈਆਂ ਵਾਲਿਆਂ ਦੀ ਤਾਂ ਦਸਮ ਦੁਆਰ ਵਿਖੇ ਪਹੁੰਚ ਹੋ ਜਾਂਦੀ ਹੈ, ਜਿੱਥੇ ਉਹ ਹਰ ਦਮ ਅਨਹਦ ਬਾਜੇ ਹੀ ਵੱਜਦੇ ਸੁਣਦੇ ਹਨ। ਚੋਲਾ ਸਰੀਰ ਛੱਡ ਕੇ ਵੀ ਉਹ ਇਹ ਅਨਹਦ ਬੈਣ ਬਾਜੇ ਸੁਣਦੇ ਹੀ ਪਰਲੋਕ ਨੂੰ ਸਿਧਾਉਂਦੇ ਹਨ। ਜਮ ਤੇ ਜਮਪੁਰੀਆਂ ਉਹਨਾਂ ਤੋਂ ਲਾਂਭੇ ਹੀ ਰਹਿ ਜਾਂਦੀਆਂ ਹਨ। ਉਧਰ ਉਹਨਾਂ ਦੀ ਸੁਰਤੀ ਫੁਰਤੀਮਈ ਸਰੋਤ ਅਤੇ ਦ੍ਰਿਸ਼ਟੀ ਹੀ ਨਹੀਂ ਜਾਂਦੀ। ਜਿਹੜੇ ਅਭਾਗੇ ਪੁਰਸ਼ ਜਿਉਂਦੇ ਜੀ ਨਾਮ ਤਾਂ ਜਪਦੇ ਹੀ ਨਹੀਂ, ਸਗੋਂ ਦੂਜੇ ਭਾਏ ਦੀ ਮਾਇਆ ਮੋਹ ਦੀ ਪੂਜਾ ਵਿੱਚ ਹੀ ਲੱਗੇ ਰਹਿੰਦੇ ਹਨ, ਉਹ ਅੱਗੇ ਜਾ ਕੇ ਪਛਤਾਉਂਦੇ ਹਨ, ਕਿਉਂਕਿ ਉਹ ਜਮਦਰ ਬੱਧੇ ਆਉਂਦੇ ਜਾਂਦੇ ਤੇ ਚੋਟਾਂ ਖਾਂਦੇ ਹਨ। ਉਹ ਨਾਮ ਬਿਨਾਂ ਖਾਲੀ ਹੱਥੀਂ ਹੀ ਆਉਂਦੇ ਹਨ ਅਤੇ ਖਾਲੀ ਹੱਥੀਂ ਹੀ ਜਾਂਦੇ ਜੰਮਦੇ ਮਰਦੇ ਹਨ। ਉਹਨਾਂ ਦੇ ਸਿਰ ਤੇ ਸਦਾ ਹੀ ਜਮ ਕਾਲ ਸਵਾਰ ਰਹਿੰਦਾ ਹੈ। ਬਾਰ-ਬਾਰ ਜਮਪੁਰੀ ਵਿੱਚ ਜਾ ਜਾ ਕੇ ਜਮ ਦੀਆਂ ਚੋਟਾਂ ਖਾਂਦੇ ਹਨ। ਯਥਾ ਗੁਰਵਾਕ। ਦੂਜੇ ਭਾਏ ਲੱਗੇ ਪਛਤਾਣੇ, ਜਮਦਰ ਬਾਧੇ ਆਵਣ ਜਾਣੇ, ਕਿਆ ਲੈ ਆਵੈਂ ਕਿਆ ਲੈ ਜਾਹੇ, ਸਿਰ ਜਮਕਾਲ ਸੇ ਚੋਟਾਂ ਖਾਹੇ। ਬਿਲਾਵਲ ਮਹੱਲਾ ਪਹਿਲਾ ਥਿੱਤੀ। ਅਗਲਾ ਗੁਰਵਾਕ ਦੱਸਦਾ ਹੈ ਕਿ ਕਿਵੇਂ ਭਜਨ ਹੀਣਿਆਂ ਦੀ ਦੁਰਦਸ਼ਾ ਹੁੰਦੀ ਹੈ। ਲੋਭ ਮੋਹ ਬਾਧੀ ਦੇ, ਬਿਨ ਭਜਨ ਹੋਵਤ ਖੇ, ਜਮਦੂਤ ਮਹਾ ਭਿਆਨ,
ਚਿਤ ਗੁਪਤ ਕਰ ਮੈਂ ਜਾਨ, ਦਿਨ ਰੈਨ ਸਾਖ ਸੁਨਾਏ, ਨਾਨਕਾ ਹਰ ਸ਼ਰਨ ਆਏ। ਬਿਲਾਵਲ ਮਹੱਲਾ ਪੰਜਵਾਂ। ਭਾਵ ਇਹ ਮਨੁੱਖਾ ਦੇ ਲੋਭ ਮੋਹ ਦੇ ਬੰਧਨਾਂ ਵਿੱਚ ਬੰਨੀ ਹੋਈ ਹੀ ਅਜਾਈਂ ਬਿਨਸ ਜਾਂਦੀ ਹੈ। ਭਜਨ ਦੇ ਬਿਨਾਂ ਕਿਸੇ ਕੰਮ ਨਹੀਂ ਆਉਂਦੀ, ਬਸ ਖੇ ਹੀ ਹੋ ਜਾਂਦੀ ਹੈ। ਜੀਵ ਜਦੋਂ ਦੇਹੀ ਖੇ ਹੋਈ ਤੇ ਇਸ ਵਿੱਚੋਂ ਨਿਕਲ ਕੇ ਅੱਗੇ ਜਾਂਦਾ ਹੈ ਤਾਂ ਮਹਾ ਭਿਆਨਕ ਜਮਦੂਤਾਂ ਦੇ ਵਸ ਪੈ ਜਾਂਦਾ ਹੈ। ਜਮਦੂਤ ਉਸ ਨੂੰ ਫੜ ਕੇ ਧਰਮ ਰਾਏ ਪਾਸ ਲੈ ਜਾਂਦੇ ਹਨ, ਜਿੱਥੇ ਉਸ ਦੇ ਕੀਤੇ ਕਰਮਾਂ ਦਾ ਲੇਖਾ ਲਿਆ ਜਾਂਦਾ ਹੈ। ਉੱਥੇ ਉਹ ਮੰਦ ਕਰਮਾਂ ਤੋਂ ਮੁੱਕਰ ਨਹੀਂ ਸਕਦਾ। ਜੇ ਮੁੱਕਰੇ ਤਾਂ ਚਿੱਤਰਗੁਪਤ ਧਰਮ ਰਾਏ ਦੇ ਕਰਿੰਦੇ ਮੁਨਸ਼ੀ, ਜੋ ਜੀਵਾਂ ਦਾ ਲੇਖਾ ਨਾਲ ਦੀ ਨਾਲ ਲਿਖੀ ਜਾਣ ਲਈ ਛੱਡੇ ਹੋਏ ਹਨ, ਉਸ ਦੇ ਦਿਨ ਰਾਤ ਦੇ ਕੀਤੇ ਮੰਦੇ ਚੰਗੇ ਕਰਮਾਂ ਦੀ ਗਵਾਹੀ ਦੇ ਦਿੰਦੇ ਹਨ। ਜੀਵ ਮੁੱਕਰੇ ਤਾਂ ਕਿਵੇਂ ਮੁੱਕਰੇ? ਫੇੜੇ ਫੜੇ ਨੂੰ ਕੌਣ ਛੁਡਾਵੇ? ਹੇ ਵਾਹਿਗੁਰੂ, ਤੇਰੀ ਸ਼ਰਨ ਹੀ ਸਹਾਈ ਹੋ ਸਕਦੀ ਹੈ, ਹੋਰ ਕੋਈ ਠਿਕਾਣਾ ਨਹੀਂ ਜਮਾਂ ਤੋਂ ਬਚਣ ਦਾ। ਤਾਂ ਤੇ ਭਜਨ ਹੀ ਛੁਡਾ ਸਕਦਾ ਹੈ ਜੀਵਾਂ ਨੂੰ ਅਤੇ ਹਰ ਸ਼ਰਨਾਗਤ ਰੱਖ ਸਕਦਾ ਹੈ ਤੇ ਛੁਟਕਾਰਾ ਜਮਾਂ ਤੋਂ ਕਰਵਾ ਸਕਦਾ ਹੈ। ਪਰੰਤੂ ਸਾਕਤ ਨਿਗੁਰੇ ਮਨਮੁਖ ਪ੍ਰਾਣੀ ਦੂਜੇ ਭਾਏ ਵਿੱਚ ਅੰਨੇ ਹੋਏ ਰਹਿੰਦੇ ਅਤੇ ਅੰਧੇ ਕਰਮ ਹੀ ਕਮਾਉਂਦੇ ਹਨ। ਐਸੇ ਅੰਧ ਧੁੰਦ ਕਰਮ ਕਰਨ ਵਾਲਾ ਹਰ ਇੱਕ ਮਨਮੁਖ ਨਿਗੁਰਾ ਨਰ ਜਮਦਰ ਬੱਧਾ ਹੀ ਚੋਟਾਂ ਖਾਂਦਾ ਹੈ। ਯਥਾ ਗੁਰਵਾਕ। ਮਨਮੁਖ ਅੰਧਾ ਦੂਜੈ ਭਾਏ ਜਮਦਰ ਬੱਧਾ ਚੋਟਾਂ ਖਾਏ। ਬਿਲਾਵਲ ਮਹੱਲਾ ਤੀਜਾ ਵਾਰ 7। ਇਹ ਅਗਲਾ ਗੁਰਵਾਕ ਦੱਸਦਾ ਹੈ ਕਿ ਗੁਰਮੁਖਾਂ ਅਬਿਨਾਸ਼ੀ ਗੁਣ ਗਾਵਣ ਹਾਰਿਆਂ ਦੀ ਕਿਵੇਂ ਜਮ ਦੀ ਫਾਂਸੀ ਕੱਟੀ ਜਾਂਦੀ ਹੈ। ਬਿਸਮਨ ਬਿਸਮ ਭਈ ਪੇਖ ਗੁਣ ਅਬਿਨਾਸ਼ੀ ਰਾਮ, ਕਰ ਗਹਿ ਭੁਜਾ ਗਹੀ ਕਟ ਜਮ ਕੀ ਫਾਂਸੀ ਰਾਮ। ਬਿਲਾਵਲ ਮਹੱਲਾ ਪੰਜਵਾਂ ਛੰਤ। ਗੁਰਮੁਖ ਜਨਾਂ ਦੀ ਅਬਿਨਾਸ਼ੀ ਗੁਣ ਗਾਵਣ ਹਾਰੇ ਗੁਰਮੁਖ ਜਨਾਂ ਦੀ ਰੂਹ ਆਤਮਾ ਗੁਣ ਗਾ ਗਾ ਕੇ ਬਿਸਮਾਦ ਰੂਪ ਅਤੇ ਬਿਸਮ ਰੰਗ ਰੰਗੀ ਹੋ ਜਾਂਦੀ ਹੈ। ਜਦੋਂ ਉਹ ਗੁਣ ਗਾਉਂਦੀ ਅਬਿਨਾਸ਼ੀ ਪ੍ਰਭੂ ਪਤੀ ਦੇ ਅਮਰ ਗੁਣਾਂ ਦਾ ਪ੍ਰਤੱਖ ਦਰਸ਼ਨ ਕਰ ਲੈਂਦੀ ਹੈ। ਪਤੀ ਪਰਮਾਤਮਾ ਦੇ ਉਹਨਾਂ ਅਸਲੀ ਅਮਰ ਗੁਣਾਂ ਦਾ ਦਰਸ਼ਨ ਬੜਾ ਹੀ ਬਿਸਮਾਦ ਰੂਪ ਹੈ, ਜਿਨ੍ਹਾਂ ਦਾ ਗੁਰਬਾਣੀ ਅੰਦਰ ਜ਼ਿਕਰ ਆਇਆ ਹੈ। ਇਹ ਗੁਣ ਗੁਰੂ ਸਾਹਿਬਾਨ ਦੇ ਤਾਂ ਪ੍ਰਤੱਖ ਦੇਖੇ ਬਿਸਮੇਖੇ ਹੋਏ ਹੁੰਦੇ ਹਨ। ਉਹੀ ਪ੍ਰਤੱਖ ਪੇਖੇ ਹੋਏ ਗੁਣ ਗੋਬਿੰਦ ਜਦੋਂ ਧੁਰੋਂ ਆਈ ਗੁਰਬਾਣੀ ਦੁਆਰਾ ਸਤਿਗੁਰੂ ਉਚਾਰੇ ਹੋਏ ਉਤਰਦੇ ਹਨ, ਜੈਸਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਪ੍ਰਤੱਖ ਉਤਰੇ ਹੋਏ ਹਨ, ਤਾਂ ਤਿਨਾਂ ਗੁਣਾਂ ਦਾ ਬਾਣੀ ਦੇ ਅਖਰੀ ਸਰੂਪ ਵਿੱਚ ਆਉਣਾ ਵੀ ਪਾਰਸ ਰੂਪ ਹੋ ਜਾਂਦਾ ਹੈ। ਪਾਰਸ ਰੂਪ ਇਸ ਕਰਕੇ ਕਿ ਇਹਨਾਂ ਗੁਣਾਂ ਦੇ ਪਰਸਣ ਹਾਰੇ ਅਰਥਾਤ ਪੜ੍ਹਨ ਸੁਣਨ ਗਾਵਣ ਹਾਰੇ ਪਾਵਨ ਪੁਨੀਤ ਪਦ ਅੰਮ੍ਰਿਤ ਹੋ ਜਾਂਦੇ ਹਨ। ਇਹਨਾਂ ਅਮਰ ਰੂਪਾਂਤਰੀ ਗੁਣਾਂ ਦਾ ਪਰਸਣਾ ਅਤ ਅਸਚਰਜਤਾ ਅਤੇ ਬਿਸਮਾਦਜਨਕ ਹੋ ਜਾਂਦਾ ਹੈ, ਜਦੋਂ ਕਿ ਇਹਨਾਂ ਗੁਣਾਂ ਨੂੰ ਗਾਵਣ ਸੁਣਨ ਪੜ੍ਹਨ ਹਾਰੇ ਤਿਨਾਂ ਗੁਣਾਂ ਦੀ ਦਿਵ ਰੂਪਤਾ ਦਾ ਦਰਸ਼ਨ ਕਰ ਲੈਂਦੇ ਹਨ। ਐਸਾ ਹੀ ਪ੍ਰਤੱਖ ਦਰਸ਼ਨ ਜੈਸਾ ਕਿ ਇਹਨਾਂ ਗੁਣਾਂ ਦੇ ਦਰਸਾਉਣ ਹਾਰਿਆਂ ਸਰਬੱਗ ਗੁਰੂ ਸਾਹਿਬਾਨ ਨੇ ਕੀਤਾ ਹੈ, ਜਿਨ੍ਹਾਂ ਦੀ ਆਤਮ ਦਿਵ ਸਰੂਪਤਾ ਨੂੰ ਪੇਖ ਸਤਿਗੁਰਾਂ ਨੇ ਇਹ ਗੁਣ ਗਾਏ ਅਤੇ ਬਾਣੀ ਰੂਪ ਵਿੱਚ ਅਵਤਰਾਏ ਹਨ। ਐਸੇ ਅਬਿਨਾਸ਼ੀ ਗੁਣਾਂ ਦੀ ਤਤ ਰੂਪ ਦਿਵਤਾ, ਦਿਵ ਲਤੀਫਤਾ, ਬਿਸਮੀਵਤਾ ਨੂੰ ਦੇਖ ਕੇ ਕਿਉਂ ਨਾ ਬਿਸਮੇ ਗੁਣ ਗਾਵਣ ਹਾਰਿਆਂ ਦੀ ਆਤਮ ਰੂੜੀ ਅਤੇ ਕਿਉਂ ਨਾ ਘਟੇ ਤਿਸ ਰੂੜੀ ਪਰਥਾਏ ਇਸ ਗੁਰਵਾਕ ਪੰਕਤੀ ਦੀ ਤਤ ਭਾਵ ਘਟਨਾ। ਬਿਸਮਨ ਬਿਸਮ ਭਈ ਪੇਖ ਗੁਣ ਅਬਿਨਾਸ਼ੀ ਰਾਮ। ਐਸੀ ਸੁਹਾਗ ਭਾਗ ਨੂੰ ਪ੍ਰਾਪਤ ਹੋਈ ਜਗਿਆਸਾ ਗੁਰਮੁਖ ਸਹਿਜ ਸੁਹਾਗਣ ਪਤੀ ਪਰਮਾਤਮਾ ਨੇ ਅਪਣਾ ਲਈ, ਆਪਣੇ ਅੰਗ ਮਿਲਾ ਲਈ, ਆਪਣੇ ਸੰਗ ਲਗਾਏ ਲਈ। ਪਹਿਲਾਂ ਹੱਥੋਂ ਫੜੀ, ਫੇਰ ਪਹੁੰਚਿਓ ਬਾਂਹ ਜਾ ਫੜੀ ਅਤੇ ਬਾਂਹ ਪਕੜ ਪ੍ਰੈ ਸੇਜੈ ਆਨੀ। ਆਸਾ ਮਹੱਲਾ ਪੰਜਵਾਂ। ਐਸੀ ਕਰ ਗਹਿ ਪੁੱਜਾ ਲੀਨੀ ਸੁਹਾਗਣ ਦੀ ਤਾਂ ਸੁਤੇ ਸਿੱਧ ਹੀ ਜਮ ਦੀ ਫਾਂਸੀ ਕਦੇ ਦੀ ਕੱਟ ਗਈ ਹੁੰਦੀ ਹੈ। ਜਮ ਦੀ ਫਾਂਸੀ ਕੱਟ ਜਾਣ ਤੋਂ ਪਿੱਛੋਂ ਉੱਪਰ ਦੱਸੀ ਵਿਸਮਾਦਤਾ ਦੀ ਨੌਬਤ ਆਉਂਦੀ ਹੈ। ਜਮ ਦੀ ਫਾਂਸੀ ਕੱਟਣ ਵਾਲੀਆਂ ਤਾਂ ਪਹਿਲੀਆਂ ਪਰਮਾਰਥੀ ਮੰਜ਼ਲਾਂ ਸਟੇਜਾਂ ਹਨ, ਜੋ ਸੁਤੇ ਹੀ ਅਬੂਰ ਹੋ ਜਾਂਦੀਆਂ ਹਨ। ਅਬਿਨਾਸ਼ੀ ਵਾਹਿਗੁਰੂ ਦੇ ਗੁਣਤਾਸੀ ਦਰਸ਼ਨ ਵਾਸਤਵ ਵਿੱਚ ਵਾਹਿਗੁਰੂ ਦੇ ਸਾਖਸ਼ਾਤ ਦਰਸ਼ਨ ਹੀ ਹਨ। ਅਕਾਲ ਪੁਰਖ ਦੀ ਅਕਾਲ ਮੂਰਤ ਵਾਲੀ ਜ਼ਾਤੇ ਪਾਕ ਵਿੱਚ ਹੀ ਸਾਰੇ ਗੁਣ ਸਮਾਏ ਹੋਏ ਹਨ, ਉਸ ਤੋਂ ਵੱਖਰੇ ਨਹੀਂ। ਗੁਰਬਾਣੀ ਇਹਨਾਂ ਗੁਣਾਂ ਦਾ ਸਾਖਸ਼ਾਤ ਵਰਣਨ ਹੈ,
ਜੋ ਕੇਵਲ ਗੁਰੂ ਸਾਹਿਬਾਨ ਦੇ ਅਪਰੋਕਸ਼ ਗਿਆਨ ਵਿੱਚ ਗੁੰਫਤ ਹੋਏ ਹਨ, ਕਿਉਂਕਿ ਗੁਰੂ ਸਾਹਿਬਾਨ ਨੇ ਪ੍ਰਤੱਖ ਗੁਣਤਾਸ ਗੁਣਾਂ ਨੂੰ ਸਾਖਸ਼ਾਤ ਦਰਸ਼ਨਾਂ ਸਮੇਤ ਵੇਖਿਆ। ਅਕਾਲ ਪੁਰਖ ਦੀ ਹਜ਼ੂਰੀ ਦੇ ਇਹ ਦਰਸ਼ਨ ਲਿਵਤਾਰ ਸੁਰਤੀ ਵਿੱਚ ਵੇਖਦੇ ਹੋਏ ਹੀ ਸਰਬੱਗ ਗੁਰੂ ਸਾਹਿਬਾਨ ਇਸ ਸੰਸਾਰ ਵਿਖੇ ਆਣ ਅਵਤਰੇ। ਅਵਤਾਰ ਧਾਰ ਕੇ ਵੀ ਹਾਜ਼ਰ ਨਾਜ਼ਰ ਦਰਸ਼ਨ ਸਨਮੁਖ ਦੇਖਦੇ ਰਹੇ ਅਤੇ ਦਰਸ਼ਨ ਦੇਖ ਦੇਖ ਹੀ ਗੁਣ ਉਚਾਰਦੇ ਰਹੇ। ਇਹ ਦਰਸ਼ਨ ਇੱਕ ਨਿਮਖ ਵੀ ਗੁਰੂ ਸਾਹਿਬਾਨ ਦੀ ਦਿਵ ਦ੍ਰਿਸ਼ਟੀ ਤੋਂ ਓਲੇ ਨਹੀਂ ਹੋਏ। ਜਿਨ੍ਹਾਂ ਵਡਭਾਗੇ ਗੁਰਮੁਖਾਂ ਨੂੰ ਗੁਰੂ ਪ੍ਰਸਾਦ ਕਰ ਇਹ ਦਰਸ਼ਨ ਹੋਏ, ਇਸੇ ਲਾਈਟ ਵਿੱਚ ਹੀ ਹੋਏ, ਤਾਂ ਤੇ ਸੁਤੇ ਹੀ ਬਿਸਮਾਹ ਦਸ਼ਾ ਰਾਹੀਂ ਹੋ ਜਾਂਦੇ ਰਹੇ। ਇਸ ਅਤ ਉੱਚ ਬਿਸਮਨੀ ਮੰਜ਼ਲ ਜਿੱਥੇ ਜਮਾਂ ਦਾ ਮਾਲਕ ਧਰਮ ਰਾਏ ਵੀ ਫਟਕਣਾ ਨਹੀਂ ਪਾਉਂਦਾ, ਤੋਂ ਅਤ ਹੇਠਾਂ ਹਾਂ ਜੰਪੁਰੀ ਤਬਕਾ ਰਹਿ ਜਾਂਦਾ ਹੈ। ਅਗਲਾ ਗੁਰਵਾਕ ਦੱਸਦਾ ਹੈ ਕਿ ਆਸਾ ਮਨਸਾ ਮੋਹਣੀ ਦੇ ਮੋਹ ਗ੍ਰਸਿਆਂ ਅਤੇ ਹੰਕਾਰ ਅਭਿਮਾਨਸਿਆਂ ਨੂੰ ਹੀ ਬਹੁਤਾ ਜਮ ਗ੍ਰਸਦਾ ਹੈ। ਯਥਾ ਗੁਰਵਾਕ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ, ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ। ਹੁਕਮੀ ਹੀ ਜਮ ਲੱਗਦਾ ਸੋ ਉਬਰੈ ਜਿਸ ਬਖਸ਼ੈ ਕਰਤਾਰ, ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਤਰੈ ਜਾਂ ਛੋੜੈ ਅਹੰਕਾਰ। ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ। ਬਿਲਾਵਲ ਕੀ ਵਾਰ ਮਹਲਾ ਤੀਜਾ। ਵਿਆਖਿਆ ਇਸ ਜਗ ਅੰਦਰ ਆਇਆਂ ਜਨਮਿਆਂ ਜੀਵਾਂ ਮਨੁੱਖਾਂ ਨੂੰ ਆਸਾ ਮਨਸਾ ਮੋਹਣ ਵਾਲੀ ਬਲਾ ਚੁੜੇਲ ਹੋ ਕੇ ਚਿਮੜੀ ਹੋਈ ਹੈ। ਇਸ ਨੇ ਸਾਰੇ ਹੀ ਸੰਸਾਰ ਨੂੰ ਸੰਸਾਰੀ ਜੀਵਾਂ ਨੂੰ ਮੋਹ ਛੱਡਿਆ ਹੈ। ਸੋ ਚਰਾਚਰੀ ਜੀਵਾਂ ਦੀ ਇਹ ਜੋ ਸਾਰੀ ਆਕਾਰ ਰਚਨਾ ਹੈ, ਆਸਾ ਮਨਸਾ ਮਾਇਆ ਮੋਹਣੀ ਦੀ ਮੁੱਠੀ ਹੋਈ ਸਭ ਜਮ ਦੇ ਘੇਰੇ ਹਲਕੇ ਵਿੱਚ ਹੀ ਘਿਰੀ ਪਈ ਹੈ। ਕਰਤਾਰ ਸਿਰਜਣਹਾਰ ਦੇ ਹੁਕਮ ਨਾਲ ਜਮ ਲੱਗਦਾ ਹੈ। ਇਸ ਤੋਂ ਸੋਈ ਬਚਦਾ ਹੈ ਜਿਸ ਉੱਪਰ ਕਰਤਾਰ ਦੀ ਬਖਸ਼ਿਸ਼ ਹੁੰਦੀ ਹੈ। ਇਹ ਮੋਹਣੀ ਮਨਸਾ ਆਸਾ ਮਾਇਆ ਮਤ ਵਾਲੇ ਮਨਮੁੱਖਾਂ ਨੂੰ ਖਾ ਜਾਂਦੀ ਹੈ, ਲੈ ਕੇ ਭਵ ਸਾਗਰ ਵਿੱਚ ਡੁਬੋ ਦਿੰਦੀ ਹੈ। ਇਸ ਤੋਂ ਸੋਈ ਬਚਦਾ ਹੈ ਅਤੇ ਭੈ ਸਾਗਰੋਂ ਡੁੱਬਿਆ ਹੋਇਆ ਸੋਈ ਤਰਦਾ ਹੈ ਜੋ ਗੁਰ ਪ੍ਰਸਾਦ ਕਰ ਮੈਂ ਮੇਰੀ ਭਰੇ ਹੰਕਾਰ ਨੂੰ ਛੱਡਦਾ ਹੈ ਅਤੇ ਆਸਾ ਮਨਸਾ ਨੂੰ ਮਾਰ ਕੇ ਉੱਕਾ ਹੀ ਆਪਣੀ ਅਪਣਤ ਤੋਂ ਇਸ ਅਪਣਤ ਨਾਲ ਚਿਮੜੀ ਆਸਾ ਮਨਸਾ ਤੋਂ ਨਿਰਾਸ ਅਤੇ ਉਪਰਾਮ ਹੋ ਬੈਂਦਾ ਹੈ। ਪਰੰਤੂ ਇਹ ਸੱਚੀ ਨਿਰਾਸਤਾ ਉਪਰਾਮਤਾ ਗੁਰ ਸ਼ਬਦਾਂ ਦੇ ਵਿਚਾਰ ਤੋਂ ਹੀ ਉਪਜਦੀ ਹੈ, ਆਪੋ ਆਪਣੇ ਮਨ ਦੇ ਵਿਚਾਰ ਨਾਲ ਨਹੀਂ ਉਪਜਦੀ। ਮਨ ਦਾ ਵਿਚਾਰ ਤਾਂ 4 ਦਿਨਾਂ ਦਾ ਗਧਾ ਬੈਰਾਗ ਹੀ ਉਪਜਾਉਂਦਾ ਹੈ। ਹੀਂਗ ਹੀਂਗਣ ਦਾ ਗਧਾਪਣ ਛੇਤੀ ਹੀ ਹੀਂਗ ਉੱਠਦਾ ਹੈ ਅਤੇ ਪਖੰਡ ਬੈਰਾਗ ਦਾ ਸਾਰਾ ਪਾਜ ਲੈ ਜਾਂਦਾ ਹੈ। ਨਾਮ ਬਾਣੀ ਦੀ ਕਮਾਈ ਹੀ ਇਹ ਸੱਚੀ ਉਪਰਾਮਤਾ ਉਪਜਾਉਂਦੀ ਹੈ ਤੇ ਜਗ ਮੋਹਣੀ ਆਸਾ ਮਨਸਾ ਤੋਂ ਉੱਕਾ ਉਦਾਸ ਨਿਰਾਸ ਕਰਾਉਂਦੀ ਹੈ। ਓਹੋ ਕਿਤਨੀ ਕਠਨ ਖੇਡ ਹੈ ਅਤੇ ਵੱਡਾ ਹੀ ਤਰਸਯੋਗ ਦ੍ਰਿਸ਼ ਹੈ। ਆਸਾ ਮਨਸਾ ਦਾ ਮੋਇਆ ਹੋਇਆ ਮਨੁੱਖ ਮਾਤਰ ਹੀ ਹੈ ਅਤੇ ਸਭੋ ਹੀ ਜਮ ਦੀ ਦਾੜ ਹੇਠ ਹੈ। ਆਸਾ ਮਨਸਾ ਦੇ ਮੁਹੱਸੇ ਗ੍ਰਸੇ ਹੋਏ ਸਾਰੇ ਹੀ ਮਨੁੱਖ ਸ਼੍ਰੇਣੀ ਦੇ ਜੀਵ ਜਮਪੁਰੀ ਨੂੰ ਜਾਣਗੇ ਅਤੇ ਸਭ ਜੀਵ ਸ਼੍ਰੇਣੀ ਵਿੱਚੋਂ ਮਨੁੱਖ ਸ਼੍ਰੇਣੀ ਨੂੰ ਹੀ ਬਹੁਤੀ ਇਹ ਆਸਾ ਮਨਸਾ ਦੀ ਮੋਹ ਰੋਗਨੀ ਤਪਦਿਕ ਵਾਂਗੂ ਲੱਗੀ ਹੋਈ ਹੈ। ਗੁਰ ਸ਼ਰਨਾਗਤੀ ਆਏ ਬਿਨਾਂ ਅਤੇ ਗੁਰ ਸ਼ਬਦੀ ਵਿਚਾਰ ਕਮਾਈ ਬਿਨਾਂ ਇਹ ਛੁਟਕਦੀ ਨਹੀਂ। ਤਾਂ ਤੇ ਤਹਿਕ ਵਾਲੀ ਗੱਲ ਤਾਂ ਇਹ ਹੈ ਕਿ ਪੂਰਾਂ ਦੇ ਪੂਰ ਜਮਪੁਰੀ ਨੂੰ ਹੀ ਜਾਣਗੇ। ਕਿਤਨੀ ਬਿਖਮ ਖੇਲ ਹੈ। ਆਓ ਪਿਆਰਿਓ ਆਸਾ ਮਨਸਾ ਮੋਹਣੀ ਦੀ ਫਾਂਸ ਚੋਂ ਨਿਕਲਣ ਦਾ ਉਪਾਵ ਕਰੀਏ, ਨਹੀਂ ਤਾਂ ਸਭ ਜਮਪੁਰੀ ਨੂੰ ਸਿਧਾਓਗੇ। ਇਸ ਦਾ ਇੱਕੋ ਇੱਕ ਉਪਾਵ ਹੈ ਗੁਰ ਸ਼ਰਨਾਗਤ ਆ ਕੇ ਅਤੇ ਗੁਰ ਦੀਖਿਆ ਗੁਰ ਮੰਤਰ ਤੋਂ ਗੁਰੂ ਦੁਆਰਿਓਂ ਵਰੋਸਾਏ ਕੇ ਨਾਮ ਬਾਣੀ ਦੇ ਰੰਗਾਂ ਤਰੰਗਾਂ ਵਿੱਚ ਜੁਟ ਕੇ ਵਿੱਚੇ ਹੀ ਸਮਾ ਜਾਈਏ। ਨਹੀਂ ਤਾਂ ਇਸ ਪੌੜੀ ਤੋਂ ਖਿਸਕ ਕੇ ਪਤਾ ਨਹੀਂ ਕਿਸ ਰਸਾਤਲ ਜਾ ਪੈਣਾ ਹੈ। ਦ੍ਰਿਸ਼ਟਮਾਨ ਤੋਂ ਉਪਰਾਮ ਹੋ ਕੇ ਅਦ੍ਰਿਸ਼ਟ ਵਿੱਚ ਲੀਨ ਹੋਇਆਂ ਹੀ ਇਸ ਆਸਾ ਮਨਸਾ ਤੋਂ ਬਚਾਓ ਹੋ ਸਕਦਾ ਹੈ, ਨਹੀਂ ਤਾਂ ਹੋਰ ਕੋਈ ਉਪਾਵ ਨਹੀਂ। ਅਫਸੋਸ ਕਿ ਅਗਿਆਨਤਾ ਤੇ ਮਤਸਰਤਾ ਗ੍ਰਸੇ ਮਾਣੂ ਇਸ ਪਾਸੇ ਰੰਚਕ ਵੀ ਧਿਆਨ ਨਹੀਂ ਦਿੰਦੇ। ਗੁਰਬਾਣੀ ਵਿੱਚ ਆਏ ਜਮ ਪਰਥਾਏ ਉਚਾਰੇ ਮਹਾਵਾਕਾਂ ਨੂੰ ਐਵੇਂ ਟਿਚ ਕਰਕੇ ਹੀ ਸਮਝਦੇ ਹਨ। ਕਦੇ ਵੀ ਭਾਉ ਭਾਵਨੀ ਕਰਕੇ ਇਹਨਾਂ ਅਟਲ ਅਗੰਮੀ ਬਚਨਾਂ ਉੱਤੇ ਈਮਾਨ ਨਹੀਂ ਲਿਆਉਂਦੇ। ਈਮਾਨ ਲਿਆਉਣ ਤਾਂ ਇਹਨਾਂ ਬਚਨਾਂ ਤੇ ਪਹਿਰਾ ਦੇਣ।
ਸਭ ਕੰਮ ਛੱਡ ਕੇ ਇਹਨਾਂ ਗੁਰਬਚਨਾਂ ਦੀ ਅਨੁਕੂਲਤਾ ਅਖਤਿਆਰ ਕਰਨ ਅਤੇ ਡੂੰਘੇ ਖਾਤੇ ਵਿੱਚ ਡਿੱਗ ਕੇ ਨਾ ਮਰਨ ਅਤੇ ਜੂਨੀਆਂ ਵਿੱਚ ਨਾ ਖਰਨ। ਗੁਰਬਾਣੀ ਪੜ੍ਹੇ ਸੁਣੇ ਦਾ ਕੀ ਲਾਭ ਜੇ ਅਨੁਸਾਰੀ ਹੋ ਕੇ ਇਸ ਉੱਪਰ ਚੱਲਣਾ ਨਹੀਂ। ਬਸ ਇਹੀ ਦੁਰਦਸ਼ਾ ਹੋਵੇਗੀ ਜਿਹੀ ਇਸ ਅਗਲੇ ਗੁਰਵਾਕ ਵਿੱਚ ਦੱਸੀ ਹੈ। ਹਰ ਨਾਮ ਨਾ ਭਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਬਿਲਾਵਲ ਕੀ ਵਾਰ ਮਹਲਾ ਤੀਜਾ। ਭਾਵ ਜਿਨ੍ਹਾਂ ਨੂੰ ਨਾਮ ਜਪਣ ਦੀ ਭਾਉ ਭਾਉਣੀ ਭਰੀ ਚੌਂਪ ਨਹੀਂ ਉਪਜੀ, ਤਿਨਾਂ ਨੇ ਮਨੁੱਖ ਜਨਮ ਹੀ ਬਿਰਥਾ ਗਵਾ ਲਿਆ। ਬਸ ਇਸ ਅਣਗਹਿਲੀ ਦਾ ਇਹੀ ਬੁਰਾ ਨਤੀਜਾ ਹੈ ਕਿ ਤਿਨਾਂ ਨੂੰ ਅੱਗੇ ਗਿਆਂ ਜਮ ਕੰਕਰ ਮਾਰ ਮਾਰ ਕੇ ਖੁਆਰ ਕਰੇਗਾ ਅਤੇ ਪਤਾ ਨਹੀਂ ਕਦ ਤਾਈਂ ਇਹ ਖੁਆਰੀ ਰਹੇਗੀ ਅਤੇ ਕਦੋਂ ਬਹੁਰ ਵਾਰੀ ਆਵੇਗੀ ਮਨੁੱਖਾ ਜਨਮ ਦੀ। ਇਸ ਦੇ ਉਲਟ ਹੇਠਲੇ ਗੁਰਵਾਕ ਦੱਸਦੇ ਹਨ ਕਿ ਨਾਮ ਦੇ ਵਪਾਰੀ ਭਗਤਾਂ ਦੇ ਨੇੜੇ ਵੀ ਜਮਦੂਤ ਨਹੀਂ ਜਾਂਦੇ। ਯਥਾ ਗੁਰਵਾਕ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ, ਜਮ ਜਾ ਗਾਤੀ ਤਿਨਾ ਨੇੜ ਨਾ ਜਾਹ। ਜਨ ਨਾਨਕ ਹਰ ਨਾਮ ਧਨ ਲੱਦਿਆ, ਸਦਾ ਵੇ ਪਰਵਾਹ। ਬਿਲਾਵਲ ਕੀ ਵਾਰ। ਗੁਰਮਤਿ ਨਾਮ ਵਾਹਿਗੁਰੂ ਦਾ ਅਭਿਆਸ ਰੂਪੀ ਵਪਾਰ ਕਰਨ ਹਾਰੇ ਗੁਰਮੁਖ ਭਗਤ ਜਨਾਂ ਦੇ ਨੇੜੇ ਜਮ ਜਾ ਗਾਤੀ ਉੱਕਾ ਹੀ ਨਹੀਂ ਆਉਂਦਾ, ਨਹੀਂ ਤਾਂ ਹੋਰ ਸਭਨਾਂ ਨੂੰ ਜਾਗਾਤ ਰੂਪੀ ਡੰਨ ਦਿੰਦਾ ਹੈ। ਜਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਹੁਕਮੀ ਬੰਦੇ ਗੁਰਸਿੱਖਾਂ ਨੇ ਨਾਮ ਧਨ ਦੀ ਖੇਪ ਲੱਦੀ ਹੈ, ਉਹ ਅਗਲੀ ਦਰਗਾਹ ਵਿਖੇ ਜਾ ਕੇ ਨਿਰਭੈ ਅਤੇ ਬੇਪਰਵਾਹ ਹੋ ਕੇ ਵਿਚਰਦੇ ਹਨ। ਉਹਨਾਂ ਨੂੰ ਜਮ ਜਾ ਗਾਤੀਏ ਦੀ ਕੋਈ ਕਨੌੜ ਹੀ ਨਹੀਂ। ਉਹ ਤਾਂ ਸਦਾ ਹੀ ਨਾਮ ਰੰਗਾਂ ਵਿੱਚ ਬੇਪਰਵਾਹ ਹੋ ਕੇ ਨਿਸੰਗ ਪਰਲੋਕ ਦੇ ਪੈਂਡੇ ਨੂੰ ਤੈਅ ਕਰਦੇ ਹਨ। ਸ੍ਰੀ ਕਬੀਰ ਭਗਤ ਜੀ ਬੇਨਤੀਆਂ ਵਿੱਚੋਂ ਇੱਕ ਇਹ ਬੇਨਤੀ ਵੀ ਪਰਮਾਰਥੀ ਜਗਿਆਸੂਆਂ ਨੂੰ ਕਰਨੀ ਸਿਖਾਉਂਦੇ ਹਨ। ਯਥਾ ਗੁਰਵਾਕ। ਕਹਿ ਕਬੀਰ ਇਹ ਬਿਨਤੀ ਸੁਣਿਓ, ਮਤ ਘਾਲੋ ਜਮ ਕੀ ਖਬਰੀ। ਬਿਲਾਵਲ ਕਬੀਰ ਜੀ। ਭਾਵ ਜਮ ਦੀ ਮਾਰ ਤੋਂ ਖਬਰਦਾਰ ਤੇ ਚੌਕਸ ਹੋਣ ਲਈ ਪਹਿਲਾਂ ਹੀ ਐਸੀ ਅਰਦਾਸ ਬੇਨਤੀ ਦੇ ਸਰੰਜਾਮ ਵਿੱਚ ਲੱਗਣਾ ਅਵਸ਼ ਜ਼ਰੂਰੀ ਹੈ, ਜਿਸ ਤੋਂ ਕਿ ਜਮ ਦੀ ਸੱਦ ਹੀ ਨਾ ਸੁਣਨੀ ਪਵੇ, ਜਮ ਦੀ ਬੁਰੀ ਸੋਏ ਹੀ ਕੰਨੀ ਨਾ ਪਵੇ। ਕਬੀਰ ਸਾਹਿਬ ਜੈਸੇ ਸਰਬੱਗ ਮਹਾਂਪੁਰਖ ਤਾਂ ਜਮ ਦੀ ਲਾਗ ਤੋਂ ਬਚਣਾ ਇਤਨਾ ਲਾਜ਼ਮੀ ਜਾਣਦੇ ਹਨ, ਪਰ ਸੰਸਾਰੀ ਅਲਪੱਗ ਸ਼੍ਰੇਣੀ ਦੇ ਜੀਵ ਮਨੁੱਖ ਜਮ ਦਾ ਗੁਮੇ ਹੀ ਨਹੀਂ ਕਰਦੇ। ਕੈਸੀ ਅਧੋਗਤੀ ਵਾਲੀ ਗੱਲ ਹੈ। ਗੋਪਾਲ ਨਿਰੰਜਨ ਵਾਹਿਗੁਰੂ ਦਾ ਕੀਰਤਨ ਕਰਨ ਹਾਰੇ ਗੁਰਮੁਖ ਜਨ ਨੂੰ ਜਮ ਕਾਲ ਪੋ ਹੀ ਨਹੀਂ ਸਕਦਾ। ਯਥਾ ਗੁਰਵਾਕ। ਜੋ ਜਨ ਕਰੈ ਕੀਰਤਨ ਗੋਪਾਲ, ਤਿਸ ਕੋ ਪੋਹ ਨਾ ਸਕੈ ਜਮ ਕਾਲ। ਗੌਂਡ ਮਹਲਾ ਪੰਜਵਾਂ। ਅਗਲਾ ਗੁਰਵਾਕ ਵੀ ਉੱਪਰਲੀ ਪੁਸ਼ਟੀ ਹੀ ਕਰਦਾ ਹੈ। ਯਥਾ ਗੁਰਵਾਕ। ਹਰ ਗੁਣ ਰਮਤ ਨਾਹੀ ਜਮ ਪੰਥ, ਮਹਾ ਵਿਚਾਰ ਪੰਚ ਦੂਤਾਂ ਮੰਥ। ਗੌਂਡ ਮਹਲਾ ਪੰਜਵਾਂ। ਭਾਵ ਪਰਮਾਰਥ ਦੇ ਪੰਥੀ ਗੁਰਮੁਖ ਜਨ ਵਾਹਿਗੁਰੂ ਦੇ ਗੁਣਾਵਾਦ ਗਾਉਂਦੇ ਹੀ ਰਹਿੰਦੇ ਹਨ। ਕੀਰਤਨਮਈ ਸਿਫਤ ਸਲਾਹ ਵਿੱਚ ਦਿਨ ਰਾਤ ਰੱਤੇ ਹੀ ਰਹਿੰਦੇ ਹਨ। ਇਸ ਬਿਧ ਹਰ ਗੁਣ ਰਮਣ ਗਾਵਣ ਹਾਰਿਆਂ ਨੂੰ ਜਮ ਦੇ ਪੈਂਡੇ ਨਹੀਂ ਪੈਣਾ ਪੈਂਦਾ ਅਤੇ ਨਾਮ ਅਭਿਆਸ ਕਮਾਈ ਮਈ ਮਹਾਵਿਚਾਰ ਕਾਮ ਕ੍ਰੋਧ ਆਦਿ ਪੰਜ ਦੂਤਾਂ ਨੂੰ ਮੰਥਨ ਮਾਰਨ ਲਈ ਸਮਰੱਥ ਹੈ। ਜਮ ਦੀ ਹੋਂਦ ਤੋਂ ਅਵੇਸਲੇ ਮਨਮੁਖ ਨਰਾਂ ਨੂੰ ਉਦੋਂ ਹੀ ਸੁਰਤ ਆਉਂਦੀ ਹੈ ਜਦੋਂ ਕਿ ਜਮ ਦਾ ਡੰਡਾ ਉਹਨਾਂ ਦੇ ਸਿਰ ਕਪਾਲ ਵਿੱਚ ਲੱਗਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਗੌਂਡ ਕਬੀਰ ਜੀ। ਇਸ ਜਮ ਤੋਂ ਤਦ ਹੀ ਛੁੱਟੀਦਾ ਹੈ ਜਦੋਂ ਮਨ ਨੂੰ ਨਾਮ ਦੀ ਕੁਠਾਲੀ ਵਿੱਚ ਪਾ ਕੇ ਕੁੱਟੀਦਾ ਹੈ। ਐਸਾ ਕੁੱਟੀਦਾ ਹੈ ਕਿ ਮਨ ਦਾ ਮਲੀਦਾ ਹੀ ਬਣ ਜਾਵੇ। ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮ ਤੇ ਛੂਟੈ। ਗੌਂਡ ਕਬੀਰ ਜੀ। ਐਸੇ ਨਾਮ ਦੀ ਨੀਝ ਲਾ ਕੇ ਜਪਣ ਹਾਰਿਆਂ ਨੂੰ ਜਮ ਦਾ ਦੁੱਖ ਨਹੀਂ ਲੱਗਦਾ। ਜੋ ਨਾਮ ਜਪਦੇ ਹੋਏ ਨਾਮ ਰੰਗਾਂ ਤਰੰਗਾਂ ਵਿੱਚ ਨਾਮੀ ਵਾਹਿਗੁਰੂ ਨੂੰ ਨਿਮਖ ਨਿਮਖ ਨਮਸਕਾਰ ਕਰਦੇ ਹਨ। ਯਥਾ ਗੁਰਵਾਕ। ਹਰੇ ਨਮਸਤੇ ਹਰੇ ਨਮਾ, ਹਰ ਹਰ ਕਰਤ ਨਹੀਂ ਦੁੱਖ ਜਮਾ। ਰਹਾਓ। ਗੌਂਡ ਨਾਮਦੇਵ ਜੀ। ਅਗਲਾ ਗੁਰਵਾਕ ਦੱਸਦਾ ਹੈ ਕਿ ਵਾਹਿਗੁਰੂ ਦੇ ਗਾਵਣ ਹਾਰਿਆਂ ਅਤੇ ਹਰੀ ਸਿਮਰਨ ਹਾਰਿਆਂ ਨੂੰ ਜਮ ਕੁਛ ਨਹੀਂ ਕਹਿੰਦਾ। ਯਥਾ ਗੁਰਵਾਕ। ਰਾਮ ਨਾਮ ਗੁਣ ਗਾਇਲੇ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ। ਹਰ ਸਿਮਰਤ ਜਮ ਕਛ ਨਾ ਕਹੈ। ਰਹਾਓ। ਰਾਮ ਕਲੀ ਮਹਲਾ ਪੰਜਵਾਂ।
ਨਾਮ ਤੋਂ ਕੁੱਥੇ ਹੰਕਾਰ ਦੇ ਅੰਧ ਗੁਬਾਰ ਵਰਤਾਰੇ ਵਿੱਚ ਵਰਤ ਰਹਾ ਨੂੰ ਅੱਗੇ ਜਮ ਦੀ ਜੇਵੜੀ ਦੇ ਬੰਧਨ ਪੈਣਗੇ। ਯਥਾ ਗੁਰਵਾਕ ਕਰ ਅਹੰਕਾਰ ਹੋਏ ਵਰਤੈ ਅੰਧ, ਜਮ ਕੀ ਜੇਵੜੀ ਤੂੰ ਆਗੈ ਬੰਦ। ਰਾਮ ਕਲੀ ਮਹਲਾ ਪੰਜਵਾਂ। ਜੋ ਜਨ ਗੁਰੂ ਘਰ ਦੀ ਸਾਧ ਸੰਗਤ ਸੰਗ ਮਿਲ ਕੇ ਅਹਨਿਸ ਰਾਮ ਰੰਗ ਦੀਆਂ ਰਲੀਆਂ ਮੌਜਾਂ ਮਾਣਦੇ ਹਨ, ਤਿਨਾਂ ਦਾ ਅੱਗੇ ਜਮ ਸਿਉਂ ਵਾਹ ਨਹੀਂ ਪੈਂਦਾ, ਜਮ ਸਿਉਂ ਮੇਲ ਨਹੀਂ ਹੁੰਦਾ। ਜਮਦੂਤ ਤਿਨਾਂ ਨੂੰ ਅੱਗਿਓਂ ਟੱਕਰਦਾ ਹੀ ਨਹੀਂ। ਯਥਾ ਗੁਰਵਾਕ ਸੰਤ ਕੈ ਸੰਗ ਰਾਮ ਰੰਗ ਕੇਲ, ਆਗੈ ਜਮ ਸਿਉਂ ਹੋਏ ਨਾ ਮੇਲ। ਰਾਮ ਕਲੀ ਮਹਲਾ ਪੰਜਵਾਂ। ਵਾਹਿਗੁਰੂ ਆਪਣੇ ਭਗਤਾਂ ਦੇ ਨਾਲ ਤਾਣੇ ਪੇਟੇ ਵਾਂਗੂ ਓਤ-ਪੋਤ ਹੋਏ ਲਪਟ ਰਿਹਾ ਹੈ। ਉਹ ਜਾਣਨਹਾਰ ਭਗਤਾਂ ਦੀ ਇੱਕ ਇੱਕ ਰਮਜ਼ ਨੂੰ ਜਾਣ ਰਿਹਾ ਹੈ। ਭਗਤ ਜਨ ਵੀ ਵਾਹਿਗੁਰੂ ਦਾ ਪ੍ਰਤੱਖ ਦਰਸ਼ਨ ਕਰ ਕਰ ਆਤਮ ਵਿਗਾਸ ਵਿੱਚ ਖਿੜ ਖਿੜ ਕੇ ਉਸ ਦੇ ਗੁਣ ਗਾਉਂਦੇ ਹਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਤਿਨਾਂ ਭਗਤ ਜਨਾਂ ਨੇੜੇ ਜਮਦੂਤ ਨਹੀਂ ਜਾਂਦੇ। ਯਥਾ ਗੁਰਵਾਕ ਜਾਨਣ ਹਾਰ ਰਹਾ ਪ੍ਰਭ ਜਾਨ, ਓਤ ਪੋਤ ਭਗਤਨ ਸੰਗਾਨ, ਬਿਗਸ ਬਿਗਸ ਆਪਣਾ ਪ੍ਰਭ ਗਾਵੈ, ਨਾਨਕ ਤਿਨ ਜਮ ਨੇੜ ਨਾ ਆਵੈ। ਰਾਮ ਕਲੀ ਮਹਲਾ ਪੰਜਵਾਂ। ਦੇਖੋ ਨਿੰਦਾ ਕਰਨ ਵਾਲੇ ਦਾ ਅੱਗੇ ਕੀ ਹਾਲ ਹੁੰਦਾ ਹੈ। ਨਿੰਦਾ ਕਰ ਕਰ ਬਹੁਤ ਵਿਗੂਤਾ, ਗਰਭ ਜੋਨ ਮੈਂ ਕਿਰਤ ਪਿਆ, ਪੁਰਬ ਕਮਾਣੇ ਛੋੜੈ ਨਾਹੀਂ, ਜਮਦੂਤ ਗ੍ਰਾਸਿਓ ਮਹਾ ਭਇਆ। ਰਾਮ ਕਲੀ ਮਹਲਾ ਪੰਜਵਾਂ। ਭਾਵ ਨਿੰਦਿਆ ਕਰ ਕਰ ਨਿੰਦਕ ਨੇ ਆਪਣਾ ਹੀ ਬਹੁਤਾ ਵਿਗਾੜ ਕੀਤਾ ਹੈ, ਆਪ ਹੀ ਖੱਜਲ ਖੁਆਰ ਹੋਇਆ ਹੈ। ਐਸੇ ਹੀ ਹੁੰਦੇ ਹਨ ਅਤੇ ਹੋਣਗੇ ਜੋ ਨਿੰਦਾ ਕਰਨਗੇ। ਆਪਣੀ ਨਿੰਦਾ ਦੀ ਭੈੜੀ ਕਰਤੂਤ ਦੇ ਕਾਰਨ ਗਰਭ ਜੂਨੀਆਂ ਵਿੱਚ ਵੱਖ ਗੱਲਣਗੇ ਅਤੇ ਜਮਦੂਤਾਂ ਦੀਆਂ ਚੋਟਾਂ ਵੱਖਰੀਆਂ ਸਹਿਣਗੇ। ਪੂਰਬਲੀ ਨਿੰਦਾ ਕੀਤੀ ਦੇ ਪਾਪ ਉਗਵ ਆਉਣ ਕਰਕੇ ਜਮਦੂਤ ਨਿੰਦਕਾਂ ਨੂੰ ਛੱਡਣਗੇ ਨਹੀਂ, ਮਹਾ ਭਿਆਨਕ ਗ੍ਰਸਣੀ ਵਿੱਚ ਗ੍ਰਸਣਗੇ। ਜੋ ਜਮਪੁਰੀ ਵਿੱਚ ਉਹਨਾਂ ਨਾਲ ਬੀਤੇਗੀ ਉਹ ਬੜੀ ਹੀ ਭੈਦਾਇਕ ਬੀਤਣੀ ਹੋਵੇਗੀ। ਕੀਤਾ ਪਾਉਣਗੇ। ਦੇਖੋ ਅਗਲਾ ਗੁਰਵਾਕ ਪ੍ਰਮਾਣ ਕੀ ਕਹਿੰਦਾ ਹੈ। ਯਥਾ ਗੁਰਵਾਕ ਰਾਮ ਨਾਮ ਨਰ ਨਿਸਬਾਸੁਰ ਮੈਂ, ਨਿਮਖ ਏਕ ਉਰ ਧਾਰੈ, ਜਮ ਕੋ ਤਰਾਸ ਮਿਟੈ ਨਾਨਕ, ਤਹ ਆਪਣੋ ਜਨਮ ਸਵਾਰੈ। ਰਾਮ ਕਲੀ ਮਹਲਾ ਨੌਵਾਂ। ਵਿਆਖਿਆ ਦਿਨੇ ਰਾਤ ਨਾਮ ਜਪਦਾ ਹੋਇਆ ਕੋਈ ਨਰ ਜੇ ਇਸ ਦਿਨ ਰਾਤ ਦੇ ਨਾਮ ਰਟਣ ਵਿੱਚੋਂ ਇੱਕ ਨਿਮਖ ਮਾਤਰ ਵੀ ਮਨ ਬਚਨ ਕਰਮ ਕਰ ਵਾਹਿਗੁਰੂ ਨਾਮ ਨੂੰ ਹਿਰਦੇ ਦੀ ਗਹਿਰਾਈ ਵਿੱਚ ਉਤਾਰ ਕੇ ਉਰਧਾਰਦਾ ਹੈ, ਉਹ ਆਪਣਾ ਜਨਮ ਸਵਾਰਦਾ ਹੈ ਅਤੇ ਜਮ ਦੀ ਤਰਾਸ ਨੂੰ ਨਿਵਾਰਦਾ ਹੈ। ਏਕ ਚਿਤ ਜਹ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਇਹ ਸ੍ਰੀ ਦਸ਼ਮੇਸ਼ ਵਾਕ ਇਸੇ ਭਾਵ ਦੀ ਪ੍ਰੋੜਤਾ ਕਰਦਾ ਹੈ। ਹਉਮੈ ਮਮਤਾ ਰੋਗ ਨ ਲਾਗੈ, ਰਾਮ ਭਗਤ ਜਮ ਕਾ ਭਉ ਭਾਗੈ, ਜਮ ਜੰਦਾਰ ਨ ਲਾਗੈ ਮੋਹੇ, ਨਿਰਮਲ ਨਾਮ ਹਿਰਦੈ ਹਰਿ ਸੋਹੇ। ਰਾਮ ਕਲੀ ਮਹਲਾ ਪਹਿਲਾ ਅਸ਼ਟਪਦੀ। ਵਾਹਿਗੁਰੂ ਦੀ ਅਨੰਨ ਭਗਤੀ ਕੀਤਿਆਂ ਇੱਕ ਤਾਂ ਹਉਮੈ ਮਮਤਾ ਰੋਗ ਨਹੀਂ ਵਿਆਪਦਾ, ਦੂਜੇ ਜਮ ਦਾ ਭਉ ਭਾਗ ਜਾਂਦਾ ਹੈ। ਜਿਸ ਦੇ ਹਿਰਦੇ ਅੰਦਰ ਨਿਰਮਲ ਨਾਮ ਸੁਭਾਏਮਾਨ ਹੈ, ਉਹ ਜਨ ਨਿਸੰਗ ਹੋ ਕੇ ਪੱਕੇ ਯਕੀਨ ਭਰੋਸੇ ਨਾਲ ਵੰਗਾਰ ਕੇ ਕਹਿ ਸਕਦਾ ਹੈ ਕਿ ਮੈਨੂੰ ਜਮ ਜੰਦਾਰ ਨਹੀਂ ਲੱਗ ਸਕੇਗਾ। ਗੁਰ ਸ਼ਰਨ ਨ ਆਈਐ, ਬ੍ਰਹਮ ਨ ਪਾਈਐ, ਭਰਮ ਭੁਲਾਈਐ, ਜਨਮ ਮਰ ਆਈਐ। ਜਮ ਦਰ ਬਾਧੋ ਮਰੈ ਬੇਕਾਰ, ਨਾ ਹਿਰਦੈ ਨਾਮ ਨਾ ਸ਼ਬਦ ਅਚਾਰ। ਰਾਮ ਕਲੀ ਮਹਲਾ ਪਹਿਲਾ। ਵਿਆਖਿਆ ਗੁਰ ਸ਼ਰਣੀ ਆਏ ਬਿਨਾ ਭਾਵ ਪੂਰਨ ਗੁਰਮਤ ਅਨੁਸਾਰ ਗੁਰ ਦੀਖਿਆ ਲੈ ਕੇ ਗੁਰੂ ਦਾ ਸਿੱਖ ਬਣੇ ਬਿਨਾ ਪਾਰ ਬ੍ਰਹਮ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਰਮ ਭੁਲਾਵੇ ਵਿੱਚ ਹੀ ਭੰਬਲ ਭੂਸੇ ਖਾਂਦੇ ਫਿਰੀਦਾ ਹੈ ਅਤੇ ਜੰਮਣ ਮਰਨ ਦੇ ਗੇੜ ਵਿੱਚ ਹੀ ਰਹਿਣਾ ਪੈਂਦਾ ਹੈ। ਜਿਸ ਦੇ ਹਿਰਦੇ ਅੰਦਰ ਨਾ ਨਾਮ ਵਸਿਆ ਹੈ, ਨਾ ਜਿਸ ਦੀ ਗੁਰ ਉਪਦੇਸ਼ ਅਨੁਸਾਰਤਾ ਵਾਲੀ ਰਹਿਤ ਰਹਿਣੀ ਹੈ, ਉਹ ਬਿਕਾਰੀ ਪੁਰਸ਼ ਹੈ, ਬਿਕਾਰ ਦਾ ਮੁਜੱਸਮ ਨਮੂਨਾ ਹੈ। ਐਸਾ ਬਿਕਾਰ ਬੰਧੂਆ ਨਰ ਜਮਦਰ ਮਰ ਕੇ ਖੁਆਰ ਹੋਵੇਗਾ, ਮੂੰਹੋਂ ਮੂੰਹ ਮਾਰਾਂ ਖਾਏਗਾ, ਜਮ ਦੀਆਂ ਚੋਟਾਂ ਸਹੇਗਾ। ਗੁਰ ਸੇਵ ਮਨਾ ਹਰ ਜਨ ਸੰਗ ਕੀਜੈ, ਜਮ ਜੰਦਾਰ ਜੋਹ ਨਹੀਂ ਸਾਕੈ, ਸਰਪਨ ਡਸ ਨ ਸਕੈ, ਹਰ ਕਾ ਰਸ ਪੀਜੈ। ਰਹਾਓ ਰਾਮ ਕਲੀ ਮਹਲਾ ਪਹਿਲਾ। ਭਾਵ ਜਿਹੜੇ ਵਡਭਾਗੀ ਪੁਰਸ਼ ਵਾਹਿਗੁਰੂ ਦੀ ਸਿਮਰਨ ਭਗਤੀ ਕਰਦੇ ਹਨ, ਉਹ ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ। ਗੁਰਵਾਕ ਦੇ ਭਾਵ ਅਨੁਸਾਰ ਗੁਰੂ ਦੀ ਸੇਵਾ ਸੱਚੀ ਸੇਵਾ ਕਰਦੇ ਹਨ। ਜੋ ਗੁਰੂ ਕੇ ਸਿੱਖ ਸੇਵਕ ਭਗਤ ਜਨ
ਐਸੀ ਗੁਰੂ ਕੀ ਭਾਉ ਭਗਤ ਸੰਪੰਨ ਸੇਵਾ ਭਗਤੀ ਕਰਦੇ ਹਨ ਅਤੇ ਐਸੇ ਭਗਤ ਜਨਾਂ ਸੇਵਕਾਂ ਸਿੱਖਾਂ ਹਰ ਜਨਾਂ ਦਾ ਸੰਗ ਕਰਦੇ ਹਨ, ਉਹਨਾਂ ਨੂੰ ਜਮ ਜੰਦਾਰ ਜੋ ਨਹੀਂ ਸਕਦਾ। ਅਤੇ ਜੋ ਗੁਰਮੁਖ ਪਿਆਰੇ ਦਮ ਬਦਮ ਵਾਹਿਗੁਰੂ ਨਾਮ ਦਾ ਸਿਮਰਨ ਰਸ ਪੀਂਦੇ ਹਨ, ਤਿਨਾਂ ਨੂੰ ਮਾਇਆ ਨਾਗਨੀ ਡਸ ਨਹੀਂ ਸਕਦੀ। ਮਾਇਆ ਨਾਗਨੀ ਦਾ ਡੰਗ ਤਿਨਾਂ ਉੱਪਰ ਚੱਲ ਹੀ ਨਹੀਂ ਸਕਦਾ। ਐਸਾ ਹੈ ਵਾਹਿਗੁਰੂ ਨਾਮ ਦੇ ਸਿਮਰਨ ਦਾ ਪ੍ਰਤਾਪ। ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ, ਹਰ ਕੈ ਨਾਮ ਨ ਲੱਗੈ ਜਮ ਤੀਰ। ਰਹਾਓ। ਜਤਨ ਕਰੈ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੈ ਨਰਕੇ ਪਾਈ, ਜੰਪੁਰ ਬਾਧੋ ਲਹੈ ਸਜ਼ਾਈ, ਬਿਨ ਨਾਮੈ ਜਿਉ ਜਲ ਬਲ ਜਾਈ। ਰਾਮਕਲੀ ਮਹਲਾ ਪਹਿਲਾ। ਭਾਵ ਮੇਰਾ ਗੁਰ ਐਸਾ ਗਹਿਰ ਗੰਭੀਰ ਹੈ ਕਿ ਜਿਸਨੇ ਵੀ ਮੇਰੇ ਠਾਕੁਰ ਵਾਹਿਗੁਰੂ ਨਾਮ ਜਪਿਆ ਹੈ, ਤਿਸਨੇ ਹੀ ਸੱਚਾ ਸੁਖ ਪਾਇਆ ਹੈ। ਵਾਹਿਗੁਰੂ ਦੇ ਨਾਮ ਦੇ ਪ੍ਰਭਾਵ ਕਰ ਆਗੇ ਗਿਆ ਜਮ ਦਾ ਬਾਣ ਲੱਗ ਹੀ ਨਹੀਂ ਸਕਦਾ ਨਾਮ ਜਪਣ ਹਾਰੇ ਨੂੰ। ਗੁਰਮੁਖ ਗ੍ਰਸਤ ਉਦਾਸੀਆਂ ਬਿਨਾਂ, ਗ੍ਰਸਤ ਤਿਆਗੀਆਂ ਉਦਾਸੀਆਂ ਭੇਖੀਆਂ ਅਨਮਤੀਆਂ ਦਾ ਲੱਖ ਯਤਨ ਕੀਤਿਆਂ ਵੀ ਬੀਰਜ ਥਿਰ ਨਹੀਂ ਰਹਿੰਦਾ। ਉਹ ਕਾਮ ਚੇਸ਼ਟਾ ਦੇ ਚੇਸ਼ਟਾਏ ਹੋਏ ਕਾਮ ਪੂਰਤੀ ਦੇ ਵਹਿਣਾਂ ਵਿੱਚ ਹੀ ਰੁੜ ਤੁਰਦੇ ਹਨ, ਪਰ ਤ੍ਰੈ ਗਮਨ ਕਰਨੋਂ ਵੀ ਨਹੀਂ ਟਲਦੇ। ਮਨੁਆ ਉਹਨਾਂ ਦਾ ਐਸਾ ਡੋਲ ਜਾਂਦਾ ਹੈ ਕਿ ਉਹਨਾਂ ਦੇ ਕਾਬੂ ਤੋਂ ਬਾਹਰ ਹੋ ਜਾਂਦਾ ਹੈ, ਵਿਭਚਾਰ ਵਿੱਚ ਪ੍ਰਵਿਰਤ ਕਰਾਉਂਦਾ ਹੈ। ਬਸ ਉਹ ਨਰਕਾਂ ਵਿੱਚ ਜਾ ਪੈਂਦੇ ਹਨ, ਜੰਪੁਰ ਬੱਧੇ ਹੋਏ ਚੋਟਾਂ ਖਾਂਦੇ ਹਨ ਅਤੇ ਅਨੇਕ ਪ੍ਰਕਾਰੀ ਸਜ਼ਾਵਾਂ ਭੁਗਤਦੇ ਹਨ। ਨਾਮ ਤੋਂ ਬਿਨਾਂ ਕਾਮ ਸਤਾਉਂਦਾ ਹੈ ਅਤੇ ਕਾਮ ਦੇ ਦੱਦੇ ਜਲੇ ਹੋਏ ਸ਼ੁਸ਼ਕ ਗ੍ਰਸਤ ਤਿਆਗੀ ਕਾਮ ਦਾ ਹੀ ਸ਼ਿਕਾਰ ਹੋ ਜਾਂਦੇ ਹਨ। ਇਹ ਗੁਰਮਤ ਗ੍ਰਸਤ ਯੋਗੀਆਂ ਨੂੰ ਹੀ ਤੌਫੀਕ ਹੈ ਕਿ ਉਹ ਏਕਾ ਨਾਰੀ ਜਤੀ ਹੋਏ ਕੇ ਪਰ ਨਾਰੀ ਵੱਲ ਦ੍ਰਿਸ਼ਟ ਮਾਤਰ ਵੀ ਨਹੀਂ ਕਰਦੇ ਅਤੇ ਏਕਾ ਨਾਰੀ ਜਤੀ ਹੋਏ ਗੁਰਵਾਕ ਦੇ ਭਾਵ ਅਨੁਸਾਰ ਇੱਕੋ ਨਿਜ ਇਸਤਰੀ ਤੇ ਹੀ ਈਮਾਨ ਰੱਖਦੇ ਹਨ, ਪਰ ਗ੍ਰਹਿ ਜਾਣ ਲਈ ਡੋਲਦੇ ਨਹੀਂ। ਉਹਨਾਂ ਦਾ ਮਨ ਅਸਥਿਰ ਰਹਿੰਦਾ ਹੈ, ਨਹੀਂ ਤਾਂ ਸਭ ਆਨਮਤੀ ਤਿਆਗੀਆਂ ਦਾ ਮਨ ਸਦਾ ਹੀ ਡੋਲਦਾ ਰਹਿੰਦਾ ਹੈ। ਐਸਾ ਪੂਰਾ ਗੁਰਦੇਵ ਸਹਾਈ, ਜਾ ਕਾ ਸਿਮਰਨ ਬਿਰਥਾ ਨਾ ਜਾਈ। ਰਹਾਓ। ਦਰਸ਼ਨ ਪੇਖਤ ਹੋਏ ਨਿਹਾਲ, ਜਾ ਕੀ ਧੂਰ ਕਾਟੈ ਜਮ ਜਾਲ। ਚਰਨ ਕਮਲ ਬਸੇ ਮੇਰੇ ਮਨ ਕੇ, ਕਾਰਜ ਸਵਾਰੇ ਸਗਲੇ ਤਨ ਕੇ। ਰਾਮਕਲੀ ਮਹਲਾ ਪੰਜਵਾਂ। ਭਾਵ ਪੂਰਾ ਗੁਰਦੇਵ ਸਿੱਖਾਂ ਦਾ ਸਹਾਈ ਹੈ, ਜਿਸ ਦਾ ਦੀਖਿਤ ਕੀਤਾ ਹੋਇਆ ਗੁਰਮੰਤਰ ਰੂਪੀ ਗੁਰਮਤ ਨਾਮ ਸਿਮਰਨ ਅਭਿਆਸ ਕਦੇ ਬਿਰਥਾ ਨਹੀਂ ਜਾਂਦਾ। ਇੱਥੋਂ ਤਾਈਂ ਕਿ ਗੁਰੂ ਦਾ ਦੱਸਿਆ ਗੁਰਮੰਤਰ ਦੀਖਿਆਮਈ ਗੁਰਮਤ ਨਾਮ ਦਾ ਸਿਮਰਨ ਗੁਰਪੂਰੇ ਅਤੇ ਵਾਹਿਗੁਰੂ ਦਾ ਦਰਸ਼ਨ ਵੀ ਕਰਾ ਦਿੰਦਾ ਹੈ। ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਕਰਾਉਣ ਨੂੰ ਵੀ ਸਮਰੱਥ ਹੈ ਗੁਰਮਤ ਨਾਮ ਦਾ ਸਿਮਰਨ। ਨਾਮ ਦੇ ਦਿਵਯ ਜੋਤ ਸਰੂਪੀ ਦਰਸ਼ਨ ਵੀ ਘਟ ਅੰਦਰ ਕਰਾ ਦਿੰਦਾ ਹੈ। ਵਾਹਿਗੁਰੂ ਨਾਮ ਦੇ ਨਾਲ ਹੀ ਨਾਮੀ ਵਾਹਿਗੁਰੂ ਦੇ ਦਰਸ਼ਨ ਵੀ ਹੋ ਜਾਂਦੇ ਹਨ। ਇਹ ਸਾਰੇ ਦਰਸ਼ਨ ਦੇਖ ਕੇ ਐਸਾ ਨਿਹਾਲ ਹੋਈਦਾ ਹੈ ਕਿ ਨਿਹਾਲ 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 ਹੀ ਹੋ ਰਹੀਦਾ ਹੈ। ਐਸਾ ਦਰਸ਼ਨ ਕਰਨ ਹਾਰਿਆਂ ਦੀ ਚਰਨ ਧੂੜੀ ਹੀ ਜਮ ਜਾਲ ਕੱਟਣ ਨੂੰ ਪਾਰਸ ਰਸਾਇਣੀ ਸ਼ਕਤ ਰੱਖਦੀ ਹੈ। ਚਰਨ ਕਮਲ ਤਾਂ ਦਰਸ਼ਨ ਸਰੂਪ ਦੇ ਮਨ ਅੰਦਰ ਹੀ ਵਸਦੇ ਹਨ, ਪਰ ਜਿਸ ਅੰਦਰ ਐਸਾ ਜੋਤ ਪ੍ਰਕਾਸ਼ਕ ਦਰਸ਼ਨ ਵਸਦਾ ਹੈ, ਉਹ ਤਨ ਵੀ ਪਵਿੱਤਰ ਪਾਵਨ ਹੋ ਜਾਂਦਾ ਹੈ ਅਤੇ ਪਾਰਸ ਸ਼ਕਤ ਵਾਲਾ ਹੋ ਜਾਂਦਾ ਹੈ। ਜਿਸ ਤਨ ਨਾਲ ਪਰਸਨ ਹਾਰਿਆਂ ਦੇ ਵੀ ਸਗਲੇ ਕਾਰਜ ਸੌਰ ਜਾਂਦੇ ਹਨ। ਤਨ ਪਾਰ ਜਾਤ ਰੂਪ ਹੋ ਜਾਣ ਕਰਕੇ ਆਪਣੇ ਸਗਲੇ ਕਾਰਜ ਸੁਤੇ ਹੀ ਸੰਵਾਰ ਬੈਠਦਾ ਹੈ। ਕੋਈ ਵੀ ਅਰਥ ਪਰਮਾਰਥੀ ਕਾਰਜ ਨਹੀਂ ਜੋ ਨਾ ਸੰਵਰ ਸਕੇ, ਸਗਲੇ ਹੀ ਸੰਵਰ ਜਾਂਦੇ ਹਨ। ਪੈਜ ਰਾਖੋ ਹਰ ਜਨਾ ਕੇਰੀ, ਹਰ ਦੇਹੁ ਨਾਮ ਨਿਰੰਜਨੋ, ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ। ਰਾਮਕਲੀ ਸਦ। ਭਾਵ ਇਹ ਕਿ ਨਾਮ ਨਿਰੰਜਨਾ ਗੁਰਮਤ ਨਾਮ ਐਸਾ ਸਹਾਈ ਹੈ ਕਿ ਅੰਤ ਚਲਾਣੇ ਸਮੇਂ ਇਹੋ ਬੇਲੀ ਹੁੰਦਾ ਹੈ, ਹੋਰ ਕੋਈ ਸਹਾਈ ਨਹੀਂ ਹੋ ਸਕਦਾ। ਜਮਦੂਤ ਕਾਲ ਨੂੰ ਵੀ ਨਿਕਾਰੇ ਕਰ ਦਿੰਦਾ ਹੈ, ਜਿਸ ਦਾ ਚਾਰਾ ਨਹੀਂ ਚੱਲਦਾ। ਤਾਂ ਤੇ ਨਾਮ ਸਿਮਰਨ ਹਾਰੇ ਹਰ ਜਨ ਦੀ ਪੈਜ ਦੋਹੀਂ ਜਹਾਨੀ ਰਹਿ ਜਾਂਦੀ ਹੈ। ਰੱਖਣ ਹਾਰਾ ਆ ਪੈਜ ਰੱਖਦਾ ਹੈ, ਜਿਸ ਦਾ ਕਿ ਨਾਮ ਸਿਮਰਿਆ ਜਾਂਦਾ ਹੈ। ਕਰ ਪਾਪ ਜੋਨੀ ਭੈ ਭੀਤ ਹੋਈ, ਦੇ ਸਾਸਨ ਜਾਮ ਜਿਓ, ਬਿਨਵੰਤ ਨਾਨਕ ਓਟ ਤੇਰੀ, ਰਾਖ ਪੂਰਨ ਕਾਮ ਜਿਓ। ਰਾਮਕਲੀ ਮਹਲਾ ਪੰਜਵਾਂ। ਰੁੱਤੀ।
ਇਸ ਗੁਰਵਾਕ ਤੋਂ ਵੀ ਸਿੱਧ ਹੁੰਦਾ ਹੈ ਕਿ ਇੱਥੇ ਪਾਪ ਕਮਾਵਣ ਹਾਰੇ ਜੀਵ ਦੀ ਰੂਹ ਅੱਗੇ ਗਿਆਂ ਭੈ ਭੀਤ ਹੁੰਦੀ ਹੈ ਜਦੋਂ ਜਮਦੂਤ ਸਜ਼ਾ ਦੇਣ ਲੱਗਦਾ ਹੈ। ਜਮ ਅਤੇ ਜਮ ਦੀ ਸ਼ਾਸਨਾ ਦੋਈ ਸਿੱਧ ਹਨ। ਭਾਉ ਭਗਤ ਗੋਵਿੰਦ ਬਾਂਛਤ ਜਮ ਨਾ ਸਾਕੈ ਜੋ ਹੈ ਜਿਉ। ਜੋ ਜਨ ਗੋਬਿੰਦ ਵਾਹਿਗੁਰੂ ਦੀ ਹੀ ਭਾਉ ਭਗਤ ਪਰਮ ਰੁਚੀ ਸਹਿਤ ਕਰਦੇ ਹਨ, ਤਿਨਾਂ ਨੂੰ ਜਮ ਜੋ ਨਹੀਂ ਸਕਦਾ।